ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਗੁਰੂ ਦਾ ਸਾਜਿਆ ਹੋਇਆ ਹੈ ਅਤੇ ਖਾਲਸੇ ਦੀ ਜਿੱਤ ਗੁਰੂ ਦੀ ਜਿੱਤ ਹੁੰਦੀ ਹੈ, ਕਿਉਂਕਿ ਗੁਰੂ ਧਨ ਹੈ। ਵਾਹ ਦਾ ਮਤਲਬ ਹੈ ਧਨ। ਵਿਚਾਰ ਕਰ ਰਹੇ ਸਾਂ ਸ਼ੇਖ ਫਰੀਦ ਜੀ ਦੇ ਸ਼ਲੋਕਾਂ ਦੀ। ਸ਼ਲੋਕ ਨੰਬਰ 53 ਤੋਂ ਅੱਗੇ ਸ਼ੁਰੂ ਕਰਦੇ ਹਾਂ। ਫਰੀਦਾ ਸੋਈ ਸਰਵਰ ਢੂੰਡ ਲਾ, ਜਿੱਥੋਂ ਲੱਭੀ ਵਤ ਛੱਪੜ ਢੂੰਢੈ ਕਿਆ ਹੋਵੇ, ਚਿੱਕੜੇ ਡੁੱਬੈ ਹੱਥ। ਇੱਥੋਂ ਚੰਗਾ ਰਸਤਾ ਲੱਭਣ ਦੀ ਗੱਲ ਦੱਸੀ ਹੈ ਕਿ ਉਸ ਸਰੋਵਰ ਦਾ ਮਤਲਬ ਹੈ, ਸਰਵਰ ਦਾ ਮਤਲਬ ਹੈ ਸਰੋਵਰ, ਸੋਹਣਾ ਤਲਾਬ, ਉਹਨੂੰ ਲੱਭ, ਸੋਹਣੇ ਤਲਾਬ ਨੂੰ ਲੱਭ ਜਿੱਥੋਂ ਤੈਨੂੰ ਕੋਈ ਚੰਗੀ ਵਸਤੂ ਮਿਲੇ, ਜਿੱਥੋਂ ਲੱਭੀ ਵਤ, ਵਤ ਮਤਲਬ ਵਸਤੂ। ਜੇ ਛੱਪੜ ਨੂੰ ਫਰੋਲਣਾ ਹੈ, ਛੱਪੜ ਵਿੱਚ ਵੜ ਕੇ ਉਹ 'ਚੋਂ ਕੁਝ ਲੱਭਣਾ ਹੈ, ਤਾਂ ਉੱਥੋਂ ਕੀ ਮਿਲੇਗਾ? ਉਹਦੇ ਵਿੱਚ ਜੋ ਹੱਥ ਪਾਏਗਾ ਛੱਪੜ ਵਿੱਚ, ਤਾਂ ਹੱਥ ਚਿੱਕੜ ਨਾਲ ਲਿਬੜ ਜਾਏਗਾ। ਚਿੱਕੜ ਡੁੱਬੈ ਹੱਥ। ਇਸ ਕਰਕੇ ਜੋ ਗੁਰੂ ਦਾ ਦੱਸਿਆ ਹੋਇਆ ਗੁਰਬਾਣੀ ਵਾਲਾ ਮਾਰਗ ਹੈ, ਤਾਂ ਇੱਕੋ ਹੀ ਗੁਰੂ ਹੈ, ਗੁਰੂ ਗ੍ਰੰਥ ਸਾਹਿਬ। ਇਸ ਵੱਲ ਹੀ ਧਿਆਨ ਰੱਖਣਾ ਚਾਹੀਦਾ ਹੈ, ਇਸ ਦੀ ਬਾਣੀ ਨੂੰ ਹੀ ਸ੍ਰੇਸ਼ਟ ਸਮਝ ਕੇ ਨਮਸਕਾਰ ਕਰਨੀ ਚਾਹੀਦੀ ਹੈ ਤੇ ਇਸ ਦਾ ਅਧਿਐਨ ਕਰਨਾ ਚਾਹੀਦਾ ਹੈ, ਨਾ ਕਿਸੇ ਹੋਰ ਗ੍ਰੰਥ ਦਾ। ਕਿਉਂਕਿ ਬਹੁਤ ਸਾਰੇ ਗ੍ਰੰਥ ਜਿਹੜੇ ਅੱਜ ਕੱਲ੍ਹ ਚੱਲ ਰਹੇ ਹਨ, ਸਿੱਖੀ ਦੇ ਵਿਹੜੇ ਵਿੱਚ ਪਏ ਹਨ, ਪਰ ਉਹ ਸਿੱਖੀ ਨਾਲੋਂ ਬਿਲਕੁਲ ਨਾਤਾ ਤੋੜ ਰਹੇ ਹਨ ਸਿੱਖਾਂ ਦਾ। ਤੇ ਅੱਜ ਕੱਲ੍ਹ ਜਿਵੇਂ ਚੱਲ ਰਿਹਾ ਹੈ, ਅਯੁੱਧਿਆ ਮੰਦਿਰ ਦੇ ਉਦਘਾਟਨ ਸਮੇਂ ਕੀ ਹੋਇਆ ਸਭ ਨੂੰ ਪਤਾ ਹੈ। ਕਿਸ ਤਰ੍ਹਾਂ ਦਸ਼ਮ ਗ੍ਰੰਥ ਵਿੱਚੋਂ ਕੋਟ ਕਰ ਕਰਕੇ ਉਹਨਾਂ ਗੱਲਾਂ ਦੱਸੀਆਂ, ਕਿਉਂਕਿ ਸਿੱਖ ਦਸ਼ਮ ਗ੍ਰੰਥ ਨੂੰ ਛੱਡਣਾ ਨਹੀਂ ਚਾਹੁੰਦੇ। ਬਹੁਤ ਸਾਰੇ ਸਿੱਖ ਐਸੇ ਹਨ, ਪਰ ਜੇ ਉਹ ਫੜ ਕੇ ਰੱਖਣਗੇ ਇਸ ਨੂੰ, ਤਾਂ ਬਹੁਤ ਸਾਰੀਆਂ ਐਸੀਆਂ ਗੱਲਾਂ ਸਿੱਖਾਂ ਨਾਲ ਜੁੜਨਗੀਆਂ, ਸਿੱਖੀ ਨਾਲ ਜੁੜਨਗੀਆਂ, ਗੁਰੂ ਨਾਲ ਜੁੜਨਗੀਆਂ, ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦਾਇਰੇ ਤੋਂ ਬਾਹਰ ਹਨ। ਇਸ ਕਰਕੇ ਇੱਕੋ ਹੀ ਸਰਵਰ ਹੈ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਇਹ ਸ੍ਰੇਸ਼ਟ ਸਰੋਵਰ ਹੈ, ਇਹਦੇ ਵਿੱਚ ਮੋਤੀ ਲੱਭਣੇ ਹਨ। ਤੇ ਹੋਰ ਗ੍ਰੰਥ ਜਿਹੜੇ ਹਨ, ਛੱਪੜ ਜਿਹਨਾਂ ਨੂੰ ਕਿਹਾ ਜਾਂਦਾ ਹੈ, ਉਹ ਨਹੀਂ ਲੱਭਣੇ। ਉਹਨਾਂ ਵਿੱਚ ਹੱਥ ਪਾਵਾਂਗੇ ਤਾਂ ਚਿੱਕੜ ਨਾਲ ਹੱਥ ਲਿਬੜੇਗਾ, ਭਾਵ ਮੱਤ ਜਿਹੜੀ ਆ ਉਹ ਮਲੀਨ ਹੋਵੇਗੀ। ਫਰੀਦਾ ਨੰਢੀ ਕੰਤ ਨਾ ਰਾਵਿਓ, ਵੱਡੀ ਥੀ ਮੁਯਾਸ, ਧਨ ਕੁ ਕਹਿੰਦੀ ਗੋਰ ਮੇਂ, ਤੈਂ ਸ਼ਾਹ ਨਾ ਨੰਢੀ ਦਾ ਮਤਲਬ ਜਵਾਨ ਇਸਤਰੀ। ਨੰਢੀ ਕੰਤ ਨਾ ਰਾਵਿਓ, ਨਾ ਰਾਵੇ ਮੈਨੇ ਨਾ ਮਾਣਿਆ। ਨੰਢੀ ਕੰਤ ਨਾ ਰਾਵਿਓ, ਵੱਡੀ ਥੀ ਮੈਨੇ, ਵੱਡੀ ਥੀ ਮੈਨੇ ਬੁੱਢੀ ਹੋ ਕੇ, ਵੱਡੀ ਥੀ ਮੁਯਾਸ, ਵੱਡੀ ਹੋ ਕੇ ਬੁੱਢੀ ਹੋ ਗਈ, ਤੇ ਬੁੱਢੀ ਹੋ ਕੇ ਉਹ ਚਲਾਣਾ ਕਰ ਗਈ। ਪਰ ਕੰਤ ਨਾ ਰਾਵਿਓ, ਜਵਾਨ ਇਸਤਰੀ ਨੇ ਆਪਣੇ ਪਤੀ ਨਾਲ ਪ੍ਰੇਮ ਨਹੀਂ ਕੀਤਾ, ਪਤੀ ਦੀ ਯਾਦ ਨੂੰ ਮਨ ਵਿੱਚ ਨਹੀਂ ਵਸਾਇਆ। ਇੱਥੇ ਪਤੀ ਦਾ ਮਤਲਬ ਪਤੀ ਰੂਪੀ ਪਰਮਾਤਮਾ। ਧਨ ਕੋ ਕਹਿੰਦੀ ਗੋਰ ਮੇਂ, ਧਨ ਦਾ ਮਤਲਬ ਹੈ ਇਸਤਰੀ। ਤੇ ਜਦੋਂ ਫਿਰ ਉਹ ਬੁੱਢੀ ਹੋ ਕੇ ਮਰ ਗਈ, ਤਾਂ ਫਿਰ ਕਬਰ ਵਿੱਚ ਤਰਲੇ ਲੈਂਦੀ ਹੈ। ਫਰੀਦ ਜੀ ਕਹਿੰਦੇ ਧਨ ਕੋ ਕਹਿੰਦੀ ਗੋਰ ਮੇਂ, ਗੋਰ ਮਤਲਬ ਕਬਰ ਵਿੱਚ ਤਰਲੇ ਲੈਂਦੀ ਹੈ, ਕੂਕ ਰਹੀ ਹੈ। ਕੀ ਕਹਿੰਦੀ ਹੈ ਕਿ ਤੈਂ ਸ਼ਾਹ ਨਾ ਮਿਲੀ ਆਸ ਹੋਏ ਪ੍ਰਭੂ, ਇਹ ਪ੍ਰਭੂ ਪਤੀ
ਮੈਂ ਤੈਨੂੰ ਵੇਲੇ ਸਿਰ ਮਿਲ ਨਾ ਸਕੀ। ਭਾਵ ਮੈਂ ਤੈਨੂੰ ਵੇਲੇ ਸਿਰ ਆਪਣੀਆਂ ਯਾਦਾਂ ਵਿੱਚ ਵਸਾ ਨਾ ਸਕੀ। ਤੋ ਪਛਤਾਵਾ ਹੈ ਅੰਤ ਸਮੇਂ ਜਦੋਂ ਬੰਦਾ ਆਪਣੀ ਸਾਰੀ ਉਮਰ ਜਿਹੜੀ ਹੈ ਉਹ ਗੁਰੂ ਚਰਨਾਂ ਦੇ ਵਿੱਚ ਡਿੱਗਣ ਤੋਂ ਬਿਨਾਂ ਹੀ ਬਿਤਾ ਦਿੰਦਾ ਹੈ। ਫਰੀਦਾ ਸਿਰ ਪਲਿਆ ਦਾੜੀ ਪਲੀ, ਮੁੱਛਾਂ ਵੀ ਪਲੀਆਂ, ਰੇ ਮਨ ਗਹਿਲੇ ਬਾਬਲੇ, ਮਾਣਹੇ ਕਿਆ ਰੜੀਆਂ। ਸਿਰ ਪਲਿਆ, ਪਲਿਆ ਮਤਲਬ ਚਿੱਟਾ ਹੋ ਗਿਆ, ਦਾੜੀ ਪਲੀ, ਦਾੜੀ ਵੀ ਚਿੱਟੀ ਹੋ ਗਈ, ਮੁੱਛਾਂ ਵੀ ਪਲੀਆਂ, ਮੁੱਛਾਂ ਵੀ ਚਿੱਟੀਆਂ ਹੋ ਗਈਆਂ, ਮਤਲਬ ਬੁਢੇਪਾ ਆ ਗਿਆ। ਬੁਢੇਪੇ ਦੀ ਗੱਲ ਹੈ। ਇਹ ਰੇ ਮਨ ਗਹਿਲੇ ਬਾਬਲੇ, ਗਹਿਲੇ, ਗਹਿਲੇ ਦਾ ਮਤਲਬ ਹੈ ਗਾਫਿਲ। ਇਹ ਗਾਫਿਲ, ਲਾਪਰਵਾਹ ਜਾਂ ਬੇਪਰਵਾਹ ਕਮਲਿਆ ਮਨਾ, ਮਾਣੇ ਕਿਆ ਰਲੀਆਂ, ਅਜੇ ਵੀ ਤੂੰ ਦੁਨੀਆ ਵਿੱਚ ਹੀ ਮੌਜਾਂ ਦੀ ਆਸ ਰੱਖ ਰਿਹਾ ਹੈ। ਅਜੇ ਵੀ ਤੂੰ ਦੁਨੀਆ ਦੀਆਂ ਵਿਸ਼ ਕੰਦਰਾਂ ਜਿਹੜੀਆਂ ਉਹ ਉਹਨਾਂ ਵਿੱਚ ਆਪਣਾ ਮਨ ਪ੍ਰਚਾਰ ਰਿਹਾ ਹੈ। ਰੇ ਮਨ ਗਹਿਲੇ ਬਾਬਲੇ, ਮਾਣਹੇ ਕਿਆ ਰਲੀਆਂ। तो मतलब है कि गुरु नाल जुड़न दी लोड़ है, गुरु नाल प्रेम पाउण दी जरूरत है। दुनिया दे स्वादले पदार्थां विचों निकलण दी लोड़ है, चस्कियां तो बचण दी लोड़ है। फरीदा कोठे तुकण केतड़ा, फिर नींदड़ी निवार, जो देह लधे गाणवे गाणवे, गए बिलाड़ी बिलाड़ी। तुकण दा मतलब है दौड़ना। ਕੋਠੇ ਉੱਪਰ ਕੋਈ ਦੌੜਨਾ ਸ਼ੁਰੂ ਕਰੇ ਤਾਂ ਉਹ ਕਿੰਨਾ ਕੁ ਚਿਰ ਦੌੜਦਾ ਰਹੇਗਾ। ਕੋਠਾ ਇੰਨਾ ਲੰਬਾ ਨਹੀਂ ਕਿ ਸਾਰੀ ਉਮਰ ਦੌੜਦਾ ਰਹੇ। ਕੋਠੇ ਧੁੱਕਣ ਕੇਤੜਾ, ਕਿੱਥੋਂ ਤੱਕ ਦੌੜਦਾ ਰਹੇਗਾ। ਫਿਰ ਨੀਂਦੜੀ ਨਿਵਾਰ, ਨੀਂਦੜੀ ਦਾ ਮਤਲਬ ਹੈ ਕੋਝੀ ਨੀਂਦ, ਨਿਵਾਰ ਮੈਨੇ ਦੂਰ ਕਰ। ਕੋਠੇ ਉੱਤੇ ਦੌੜ ਬਹੁਤ ਲੰਮੀ ਨਹੀਂ ਹੋ ਸਕਦੀ। ਫਰੀਦ ਜੀ ਕਹਿੰਦੇ ਹਨ ਤਾਂ ਇਸ ਤਰ੍ਹਾਂ ਤੂੰ ਪਿਰ ਵੱਲੋਂ, ਰੱਬ ਵੱਲੋਂ ਕਿੰਨਾ ਕੁ ਚਿਰ ਗਾਫਲ ਰਹੇਗਾ। ਕਦ ਤੱਕ ਤੂੰ ਰੱਬ ਵੱਲੋਂ ਜਿਹੜਾ ਉਹ ਟੁੱਟਿਆ ਰਹੇਗਾ। ਫਿਰ ਨੀਂਦੜੀ ਨਿਵਾਰ, ਇਹ ਨੀਂਦ ਜਿਹੜੀ ਹੈ ਇਹ ਮੋਹ ਮਾਇਆ ਦੀ ਨੀਂਦ, ਇਸ ਨੂੰ ਤਿਆਗ, ਇਸ ਨੂੰ ਛੱਡ, ਉਮਰ ਆਖਰ ਮੁੱਕ ਜਾਏਗੀ। ਤੇ ਰੱਬ ਵਾਲੇ ਪਾਸੇ ਤੋਂ ਇਹ ਜਿਹੜੀ ਗਫਲਤ ਦੀ ਨੀਂਦ ਹੈ, ਗਫਲਤ ਦੀ ਨੀਂਦ ਜਿਹੜੀ ਹੈ ਇਹ ਦੂਰ ਕਰ। ਤੇ ਜੋ ਦਿਨ ਲੱਧੇ ਗਾਣਵੇ, ਗਾਣਵੇ ਮੈਨੇ ਗਿਣਵੇਂ, ਇਹ ਤੈਨੂੰ ਗਿਣਵੇਂ ਮਿਣਵੇਂ ਦਿਨ ਜਿਹੜੇ ਉਮਰ ਦੇ ਮਿਲੇ ਹੋਏ ਹਨ ਉਹ ਤਾਂ ਛਾਲਾਂ ਮਾਰ ਮਾਰ ਕੇ ਮੁੱਕਦੇ ਜਾ ਰਹੇ ਹਨ, ਛਾਲਾਂ ਮਾਰ ਕੇ ਭੱਜਦੇ ਜਾ ਰਹੇ ਹਨ। ਗਏ ਵਿਲਾੜੀ ਵਿਲਾੜੀ, ਤੇ ਤੂੰ ਕਿਉਂ ਗਾਫਲ ਹੋ ਕੇ ਗੁਰੂ ਪਰਮੇਸ਼ਰ ਵੱਲੋਂ ਬੇਮੁਖ ਹੋ ਕੇ ਬੈਠਾ। ਫਰੀਦਾ ਕੋਠੇ ਮੰਡਪ ਮਾੜੀਆਂ, ਇਹ ਤੂੰ ਨਾ ਲਾਏ ਚਿੱਤ, ਮਿੱਟੀ ਪਈ ਅਤੋਲਵੀ,
ਇਹਨਾਂ ਮਹੱਲਾਂ ਨਾਲ, ਘਰਾਂ ਨਾਲ, ਮਹਿਲ ਮਾੜੀਆਂ ਨਾਲ ਤੂੰ ਇਹਨਾਂ ਦੇ ਸਿਲਸਿਲੇ ਵਿੱਚ ਆਪਣਾ ਚਿੱਤ ਜੋੜ ਕੇ ਨਾ ਬੈਠਾ ਰਹਿ। ਕੋਠੇ ਮੰਡਪ ਮਾੜੀਆਂ ਇਹ ਤੋਂ ਨਾ ਲਾਏ ਚਿੱਤ, ਇਹਨਾਂ ਨਾਲ ਹੀ ਆਪਣਾ ਲਗਾ ਨਾ ਬਣਾ ਕੇ ਬੈਠਾ ਰਹਿ ਕਿ ਹਾਏ ਇਹ ਛੱਡ ਜਾਣੀਆਂ, ਹਾਏ ਇਹ ਕਿੱਥੇ ਚਲੇ ਜਾਣਗੀਆਂ। ਇੰਨੀਆਂ ਸੋਹਣੀਆਂ ਬਣਾਈਆਂ, ਇਹਨਾਂ ਨੂੰ ਇਹਨਾਂ ਵੱਲ ਨਾ ਦੇਖੀ ਜਾ। ਮਿੱਟੀ ਪਈ ਤੋਲਵੀਂ, ਉਹ ਵੀ ਗੱਲ ਚੇਤੇ ਰੱਖ। ਤੇ ਜਦੋਂ ਤੈਨੂੰ ਕਬਰ ਵਿੱਚ ਜਾਣਾ ਪਿਆ ਮਰਨ ਸਮੇਂ, ਤਾਂ ਫਿਰ ਇਹਨਾਂ ਵਿੱਚੋਂ ਤੇਰਾ ਕੋਈ ਵੀ ਬੇਲੀ ਨਹੀਂ ਬਣਨਾ। ਕੋਠੇ ਮੰਡਾ ਮਾੜਿਆਂ ਵਿੱਚੋਂ ਬੇਲੀ ਰੱਬ ਨੇ ਬਣਨਾ ਆ। ਤੂੰ ਮਿੱਟੀ ਪਈ ਤੋਲਵੀਂ, ਕੋਈ ਨਾ ਹੋਸੀ ਮਿੱਤ ਤੋਂ ਮਿੱਤ ਮਤਲਬ ਮਿੱਤਰ। ਇੱਥੇ ਫਿਰ ਮਿੱਟੀ ਦੀ ਗੱਲ ਆਈ ਹੈ। ਪਿੱਛੇ ਵੀ ਗੱਲ ਆ ਚੁੱਕੀ ਸੀ ਕਿ ਜੀਵ ਦੀਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ। ਮਰਨ ਤੋਂ ਬਾਅਦ ਮਿੱਟੀ ਜਿਹੜੀ ਹੈ ਉੱਪਰ ਆਉਂਦੀ ਹੈ ਮੁਸਲਮਾਨੀ ਮਤ ਅਨੁਸਾਰ, ਕਿਉਂਕਿ ਬੰਦਿਆਂ ਨੂੰ ਦਫਨਾਇਆ ਜਾਂਦਾ, ਇਸ ਕਰਕੇ ਉਹਨੂੰ ਤੇ ਮਿੱਟੀ ਪਾਈ ਜਾਂਦੀ ਹੈ, ਮਿੱਟੀ ਪਾ ਕੇ ਦੱਬਿਆ ਜਾਂਦਾ। ਫਰੀਦਾ ਮੰਡਪ ਮਾਲ ਨ ਲਾਇ, ਮਰਗ ਸਤਾਣੀ, ਮਰਗ ਸਤਾਣੀ ਚਿੱਤੇ ਧਾਰੇ, ਸਾਈ ਜਾਏ ਸੰਭਾਲੇ, ਜਿੱਥੈ ਹੀ ਤਾ ਵੰਜਣਾ। ਵੰਜਣਾ ਮਤਲਬ ਹੈ ਜਾਣਾ। ਮੰਡਪ ਮਾਲ ਨਾ ਲਾਏ, ਮੰਡਪ ਸ਼ਾਮਿਆਨੇ, ਨਿਰਾ ਮਹਲ ਮਾੜੀਆਂ, ਧਨ ਆਦਿਕ ਨੂੰ ਨਾ ਲਾਏ। ਇਹਨਾਂ ਨਾਲ ਚਿੱਤ ਨਾ ਟਿਕਾਈ ਰੱਖ ਆਪਣਾ। ਮਰਗ ਸਤਾਣੀ ਚਿੱਤ ਧਰ, ਸਭ ਤੋਂ ਬਲੀ ਜਿਹੜੀ ਹੈ ਸਤਾਣੀ ਮੈਨੇ ਤਾਣ ਵਾਲੀ, ਸਜਮ ਤਾਣੀ, ਤਾਣ ਵਾਲੀ, ਬਲ ਵਾਲੀ, ਸ਼ਕਤੀਸ਼ਾਲੀ ਮੌਤ ਜਿਹੜੀ ਹੈ, ਇਹਨੂੰ ਵੀ ਚੇਤੇ ਰੱਖ। ਮਰਗ ਸਤਾਣੀ ਚਿੱਤ ਧਾਰੇ, ਚਿੱਤ ਵਿੱਚ ਇਹਨੂੰ ਵੀ ਟਿਕਾ ਕੇ ਰੱਖ। ਤੂੰ ਕੋਠੇ ਮੰਡਪ ਮਾੜੀਆਂ ਧਨ ਪਦਾਰਥ ਇਹਨਾਂ ਵਿੱਚ ਆਪਣਾ ਚਿੱਤ ਜੋੜ ਕੇ ਬੈਠਾ, ਚਿੱਤ ਵਿੱਚ ਇਹਨਾਂ ਨੂੰ ਵਸਾਇਆ ਹੋਇਆ। ਉਹ ਬਲਵਾਨ ਮੌਤ ਜਿਹੜੀ ਆਉਣੀ ਹੈ ਉਹਨੂੰ ਵੀ ਚਿੱਤ ਵਿੱਚ ਰੱਖ ਵੀ ਕੀ ਬਣੇਗਾ। ਸਾਈ ਜਾਏ ਸੰਭਾਲ, ਉਹ ਥਾਂ ਵੀ ਯਾਦ ਰੱਖ ਜਿੱਥੇ ਆਖਰ ਨੂੰ ਤੈਂ ਤੁਰ ਜਾਣਾ। ਫਰੀਦਾ ਜਿਨੀ ਕਮੀ ਨਾਹੀ ਗੁਣ, ਤੇ ਕੰਬੜੇ ਵਿਸਾਰੇ, ਮਤ ਮਤੂ ਸ਼ਰਮਿੰਦਾ ਥੀਵਈ, ਸਾਈ ਦੇ ਦਰਬਾਰੇ। ਤੋ ਜਿਨ੍ਹਾਂ ਕੰਮਾਂ ਵਿੱਚ ਗੁਣ ਨਹੀਂ, ਲਾਭ ਨਹੀਂ ਹੈ, ਉਹ ਕੰਮੜੇ ਹਨ। ਐਸੇ ਕੰਮ ਜਿਹੜੇ ਕੋਝੇ ਕੰਮ ਜਿਹੜੇ ਆ ਉਹਨਾਂ ਨੂੰ ਤਿਆਗ। ਗੁਰੂ ਵੱਲੋਂ ਬੇਮੁਖ ਨਾ ਹੋ, ਰੱਬ ਵੱਲੋਂ ਬੇਮੁਖ ਨਾ ਹੋ। ਗੁਰਬਾਣੀ ਪੜ੍ਹਨੀ ਨਾ ਛੱਡ, ਗੁਰਬਾਣੀ ਨੂੰ ਵਿਚਾਰ ਕਰਨਾ ਨਾ ਛੱਡ। ਤੂੰ ਜਿਨ੍ਹਾਂ ਕੰਮਾਂ 'ਚ ਗੁਣ ਨਹੀਂ ਉਹਨਾਂ 'ਚੋਂ ਨਿਕਲ। ਐਸਾ ਨਾ ਹੋਵੇ ਕਿ ਤੈਨੂੰ ਸਾਈਂ ਦੇ ਦਰਬਾਰ ਵਿੱਚ ਫਿਰ ਸਿਰ ਨੀਵਾ ਕਰਕੇ ਖੜਨਾ ਪਵੇ। ਭਾਵ ਕਿ ਅਮਲਾਂ ਦੇ ਉੱਪਰ ਇਹ ਸਾਰਾ ਨਿਬੇੜਾ ਹੁੰਦਾ ਹੈ। ਜਿਸ ਤਰ੍ਹਾਂ ਦਾ ਕੋਈ ਬੀਜ ਬੀਜਦਾ ਹੈ ਉਸ ਤਰ੍ਹਾਂ ਦਾ ਉਸਨੂੰ ਫਲ ਪ੍ਰਾਪਤ ਹੁੰਦਾ ਹੈ। ਫਰੀਦਾ ਸਾਹਿਬ ਦੀ ਕਰ ਚਾਕਰੀ, ਕਰੇ ਚਾਕਰੀ, ਦਿਲ ਦੀ ਲਾਹੇ ਭਰਾਂ ਦੇ, ਦਰਵੇਸ਼ਾਂ ਨੂੰ ਲੋੜੀਏ, ਲੋੜੀਏ,
ਦੀ ਚਾਕਰੀ ਕਰਿਆ ਕਰ, ਮਾਲਕ ਦਾ ਚਾਕਰ ਨੌਕਰ ਬਣ, ਦਿਲ ਦੇ ਵਿੱਚੋਂ ਭਰਾਂਤ ਲਾ ਦੇ। ਸੋ ਭਰਾਂਤ ਦਾ ਮਤਲਬ ਹੈ ਭਟਕਣਾ, ਸੰਸ਼ਾ, ਭਰਮ ਦੂਰ ਕਰ ਦੇ। ਕਿਉਂਕਿ ਜਿਹੜੇ ਦਰਵੇਸ਼ ਹੁੰਦੇ ਹਨ, ਬੰਦਗੀ ਵਾਲੇ, ਉਹਨਾਂ ਨੂੰ ਹੌਸਲਾ ਇੰਨਾ ਕਰਨਾ ਚਾਹੀਦਾ ਜਿਵੇਂ ਰੁੱਖਾਂ ਦਾ ਹੌਸਲਾ ਹੁੰਦਾ ਹੈ। ਜੀਰਾਂਦ ਮੈਨੇ ਜਿਗਰਾ। ਰੁੱਖਾਂ ਦੇ ਕੋਈ ਚੋਕੇ ਠੀਂ ਮਾਰਦਾ ਹੈ ਤਾਂ ਕੁਛ ਕਰਦਾ ਹੈ, ਰੁੱਖ ਉਸ ਨੂੰ ਫਲ ਦਿੰਦੇ ਹਨ, ਰੁੱਖ ਛਾਂ ਦਿੰਦੇ ਹਨ। ਉਹਨੂੰ ਰੁੱਖਾਂ ਨੂੰ ਲੋਕ ਇਸ ਤਰ੍ਹਾਂ ਭਾਵੇਂ ਮਾਰਦੇ ਕੁੱਟਦੇ ਹਨ, ਪਰ ਰੁੱਖ ਫਿਰ ਵੀ ਫਲ ਦਿੰਦੇ ਹਨ। ਤੋ ਫਲਾਂ ਰੁੱਖਾਂ ਵਰਗਾ ਹੌਸਲਾ ਜਿਹੜਾ ਹੈ ਉਹ ਫਕੀਰਾਂ ਨੂੰ ਜਿਹੜਾ ਉਹ ਕਰਨਾ ਚਾਹੀਦਾ। ਦਿਲ ਦੀ ਭਟਕਣਾ ਜਿਹੜੀ ਹੈ, ਉਹ ਭਰਮ ਭੁਲੇਖੇ ਜਿਹੜੇ ਆ ਉਹ ਦੂਰ ਕਰਕੇ ਬੰਦਗੀ ਵੱਲ ਜੁੜਨਾ ਚਾਹੀਦਾ ਹੈ। ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ਼, ਉਹ ਨਹੀਂ ਭਰਿਆ ਮੈਂ ਫਿਰਾਂ, ਲੋਕ ਕਹੈ ਮੈਂ ਤਾਂ ਗੁਨਾਹ ਦਾ ਭਰਿਆ ਹੋਇਆ ਹੈ। ਇਹਦਾ ਪਾਠ ਜਿਹੜਾ ਹੈ ਕਈ ਕਰਦੇ ਆ ਗੁਣ ਹੀ ਭਰਿਆ। ਇਹਦਾ ਮਤਲਬ ਗੁਣਾਂ ਦਾ ਭਰਿਆ ਹੋ ਗਿਆ। ਤਾਂ ਗੁਣਾਂ ਦਾ ਭਰਿਆ ਨਹੀਂ, ਇੱਥੇ ਗੁਨਾਹਾਂ ਦਾ ਭਰਿਆ ਹੋਇਆ। ਗੁਨਾਹ ਸ਼ਬਦ ਹੈ, ਗੁਨਾਹ ਸ਼ਬਦ ਨੂੰ ਹਾਏ ਨੂੰ ਵਿਹਾਰੀ ਪਈ ਹੋਈ ਆ। ਗੁਨਹੀ ਨਹੀਂ, ਗੁਨਹੀ ਨੰਨੇ ਤੇ ਸਟ੍ਰੈਸ ਦੇਣਾ ਹੈ ਤਾਂ ਬਣੂਗਾ ਗੁਨਹੀ, ਭਾਵ ਗੁਨਾਹਾਂ ਦਾ ਭਰਿਆ ਹੋਇਆ। ਗੁਣਾਂ ਦਾ ਭਰਿਆ ਹੋਇਆ ਨੇ, ਗੁਣ ਹੀ ਨੇ, ਗੁਨਹੀ। ਤੋ ਮੇਰੇ ਕੱਪੜੇ ਵੀ ਇੱਦਾਂ ਦੇ ਪਾਏ ਹੋਏ ਨੇ, ਫਕੀਰੀ ਵੇਸ਼ ਬਣਾਇਆ ਹੋਇਆ ਹੈ। ਫਕੀਰਾਂ ਵਾਲੇ ਕੱਪੜੇ ਮੇਰੇ ਕਾਲੇ ਹਨ, ਕਾਲਾ ਹੀ ਮੇਰਾ ਪਹਿਰਾਵਾ ਹੈ। ਤੇ ਫਿਰ ਫਰੀਜੇ ਕਹਿੰਦੇ ਹਨ ਅੰਦਰ ਤਾਂ ਬੜੇ ਗੁਨਾਹ ਹੀ ਗੁਨਾਹ ਹਨ, ਤੇ ਲੋਕ ਭਾਵੇਂ ਫਕੀਰ ਪਏ ਆਖਣ, ਲੋਕ ਕਹਿਣ ਭਾਵੇਂ ਇਹ ਦਰਵੇਸ਼ ਹੈ, ਪਰ ਅੰਦਰ ਤਾਂ ਬੜੇ ਗੁਨਾਹ ਹਨ। ਸੋ ਇਸ ਕਰਕੇ ਇੱਥੇ ਭੇਖ ਨਾਲੋਂ ਗੁਣਾਂ ਨੂੰ ਤਰਜੀਹ ਦਿੱਤੀ ਹੈ ਕਿ ਬੰਦੇ ਵਿੱਚ ਭੇਖ ਨਹੀਂ, ਗੁਣ ਹੋਣੇ ਚਾਹੀਦੇ ਹਨ। ਗੁਣਾਂ ਦੀ ਹਰ ਪਾਸੇ ਕਦਰ ਹੁੰਦੀ ਹੈ। ਤਤੀ ਤੋਇ ਨ ਪਲਵੈ, ਜੇ ਜਾਲੀ ਟੁੱਬੀ ਦੇ, ਫਰੀਦਾ ਚੋ ਦੁਹਾਗਣੇ ਰੱਬ ਦੀ, ਝੂਰੇਂਦੀ ਪੰਨਾ ਗੁਰੂ ਗ੍ਰੰਥ ਸਾਹਿਬ 1381 ਹੈ। ਤੱਤੀ ਤੋਏ ਨਾ ਪਲਵੈ। ਤੱਤੀ ਦਾ ਮਤਲਬ ਤੱਤੀ ਹੋਈ ਜਿਹੜੀ ਸੜ ਗਈ ਹੈ। ਤੱਤੀ ਤੋਏ, ਤੋਏ ਦਾ ਮਤਲਬ ਪਾਣੀ ਵਿੱਚ, ਜਿਹੜੀ ਪਾਣੀ ਵਿੱਚ ਸੜ ਗਈ ਹੈ, ਤੱਤੀ ਹੋ ਗਈ ਹੈ। ਤੋਏ ਪਾਣੀ ਵਿੱਚ, ਜਿਹੜੀ ਫਸਲ ਪਾਣੀ ਵਿੱਚ ਹੀ ਗਲ ਗਈ ਹੈ, ਪਾਣੀ ਵਿੱਚ ਹੀ ਰਹਿ ਕੇ ਸੜ ਗਈ ਹੈ, ਨਾ ਪਲਵੈ, ਉਹ ਫਿਰ ਪੱਲਰਦੀ ਨਹੀਂ, ਉਹ ਪ੍ਰਫੁੱਲਤ ਨਹੀਂ ਹੁੰਦੀ। ਕਿੱਦਾਂ? ਜੇ ਜਲ ਟੁੱਬੀ ਦੇ, ਜੇ ਉਸਨੂੰ ਜਲ ਵਿੱਚ ਫੇਰ ਡੋਬ ਦਿੱਤਾ ਜਾਵੇ। ਇਹਦਾ ਮਤਲਬ ਉਸਨੂੰ ਪਾਣੀ ਪਾ ਕੇ ਮੁੜ ਕੇ ਖਿੜਾਇਆ ਨਹੀਂ ਜਾ ਸਕਦਾ, ਉਹ ਪਾਣੀ ਨਾਲ ਹੀ ਡੁੱਬ ਗਈ ਹੈ। ਤੇ ਜਿਹੜੀ ਫਸਲ ਪਾਣੀ ਨਾਲ ਹੀ ਡੁੱਬੀ ਹੋਈ ਹੋਵੇ, ਉਹਨੂੰ ਪਾਣੀ ਫਿਰ ਮੁੜ ਕੇ ਹਰਾ ਭਰਾ ਨਹੀਂ ਕਰ ਸਕਦਾ। ਜੇ ਜਲ ਟੁੱਬੀ ਦੇ, ਫਰੀਦਾ ਜੋ ਦੁਹਾਗਣੀ ਰੱਬ ਦੀ, ਜੋ ਰੱਬ ਨਾਲੋਂ ਵਿਛੜੀ ਪਈ ਹੈ, ਜਿਸ ਦਾ ਰੱਬ ਨਾਲ ਕੋਈ ਤਾਲਮੇਲ ਨਹੀਂ ਹੈ, ਰੱਬ ਤੋਂ ਟੁੱਟੀ ਹੋਈ ਹੈ ਜਿਹੜੀ ਜੀਵ ਇਸਤਰੀ, ਚੂਰੇਂਦੀ ਚੂਰੇ, ਉਹ ਸਦਾ ਹੀ ਦੁਖੀ ਰਹਿੰਦੀ ਹੈ। ਇਸ ਦਾ ਮਤਲਬ ਹੈ ਲਿਬਾਸ ਤਾਂ ਫਕੀਰਾਂ ਵਾਲਾ ਹੈ, ਪਰ ਅੰਦਰ ਗੁਨਾਹ ਹੀ ਗੁਨਾਹ ਹਨ।
ਤੇ ਇਸ ਤਰ੍ਹਾਂ ਜੇ ਸਤ ਸੰਗਤ ਵਿੱਚ ਰਹਿ ਕੇ ਵੀ ਮਨ ਜਿਹੜਾ ਉਹ ਭਰਮਾਂ ਵਿੱਚ ਹੀ ਰਿਹਾ, ਸੰਸ਼ਿਆਂ ਵਿੱਚ ਹੀ ਰਿਹਾ, ਟੁੱਟਿਆ ਵੀ ਰਿਹਾ, ਤਾਂ ਫਿਰ ਬੰਦੇ ਦੇ ਵੱਸ ਦੀ ਗੱਲ ਨਹੀਂ, ਫਿਰ ਤਾਂ ਇਹਦੇ ਭਾਗ ਮਾੜੇ ਹੀ ਮਾੜੇ ਹਨ। ਕਿਉਂਕਿ ਜੇ ਸਤ ਸੰਗਤ ਵਿੱਚ ਰਹਿ ਕੇ ਬੰਦਾ ਭਰਮਾਂ ਚੋਂ ਨਹੀਂ ਨਿਕਲਿਆ ਤਾਂ ਫਿਰ ਉਹ ਕਿਸੇ ਪਾਸਿਓਂ ਵੀ ਉਹ ਭਰਮਾਂ ਤੋਂ ਮੁਕਤ ਨਹੀਂ ਹੋ ਸਕਦਾ। ਪਾਣੀ ਵਿੱਚ ਡੁੱਬੀ ਹੈ ਫਸਲ ਨੂੰ ਪਾਣੀ ਉਹ ਮੁੜ ਕੇ ਫਿਰ ਹਰਿਆ ਭਰਿਆ ਨਹੀਂ ਕਰ ਸਕਦਾ। ਜਾਂ ਕੁਆਰੀ ਤਾਂ ਚਾਵ, ਵਿਵਾਹੀ ਤਾਂ ਮਾਮਲੇ, ਫਰੀਦਾ ਇਹੋ ਪਛੋਤਾ, ਵਾਤੀ ਕੁਆਰੀ ਨਾ ਥੀਏ। ਜਦੋਂ ਲੜਕੀ ਕੁਆਰੀ ਹੁੰਦੀ ਹੈ ਉਸ ਨੂੰ ਵਿਆਹ ਦਾ ਚਾਅ ਹੁੰਦਾ ਹੈ, ਜਾਂ ਕੁਆਰੀ ਤਾਂ ਚਾਓ ਵਿਆਹ ਦਾ ਚਾਅ ਹੁੰਦਾ, ਉਸ ਦਾ ਵਿਆਹ ਹੋਣਾ ਹੈ। ਵਿਵਾਹੀ ਤਾਂ ਮਾਮਲੇ, ਜਦੋਂ ਫਿਰ ਵਿਆਹੀ ਜਾਂਦੀ ਹੈ ਉਦੋਂ ਫਿਰ ਘਰੇਲੂ ਜੰਜਾਲਾਂ ਵਿੱਚ ਪੈ ਜਾਂਦੀ ਹੈ, ਜੰਜਾਲ ਪੈ ਜਾਂਦੇ ਹਨ, ਕਿਉਂਕਿ ਰਿਸ਼ਤੇਦਾਰੀਆਂ ਵੱਧ ਜਾਂਦੀਆਂ ਹਨ, ਆਉਣਾ ਜਾਣਾ ਵੱਧ ਜਾਂਦਾ ਹੈ, ਨੱਠ ਭੱਜ ਵੱਧ ਜਾਂਦੀ ਹੈ ਤੇ ਸਾਂਭ ਸੰਭਾਲ ਕਰਨੀ ਘਰ ਦੀ ਵੱਧ ਜਾਂਦੀ ਹੈ। ਵਿਵਾਹੀ ਤਾਂ ਮਾਮਲੇ, ਫਿਰ ਉਸ ਵੇਲੇ ਫਿਰ ਪਛਤਾਵਾ ਕੀ ਹੁੰਦਾ, ਫਰੀਦਾ ਇਹੋ ਪਛੋਤਾ, ਵਤ ਕੁਆਰੀ ਨਾ ਥੀਏ। ਤੋ ਪਛਤਾਵਾ ਹੀ ਰਹਿ ਜਾਂਦਾ ਕਿ ਉਹ ਮੁੜ ਕੁਆਰੀ ਨਹੀਂ ਹੋ ਸਕਦੀ। ਪਹਿਲਾ ਜਿਹੜਾ ਚਾਅ ਸੀ ਉਸਦੇ ਮਨ ਵਿੱਚ ਉਹ ਹੁਣ ਪੈਦਾ ਨਹੀਂ ਹੋ ਸਕਦਾ। ਤੋ ਇਸਦਾ ਮਤਲਬ ਹੈ ਸਤਸੰਗ ਵਿੱਚ ਆ ਕੇ ਫਕੀਰੀ ਦੇ ਰਾਹ ਤੇ ਤੁਰਦਿਆਂ ਜੇ ਕੋਈ ਧਾਰਮਿਕ ਜੀਵਨ ਜਿਹੜਾ ਬੰਦੇ ਦਾ ਨਹੀਂ ਬਣਿਆ ਤਾਂ ਫਿਰ ਮਨ ਵਿੱਚ ਇਹ ਪਛਤਾਵਾ ਹੀ ਰਹਿ ਜਾਂਦਾ ਹੈ, ਪਛਤਾਵਾ ਹੀ ਰਹਿ ਜਾਂਦਾ ਕਿ ਇੰਨਾ ਕੁਝ ਕੀਤਾ ਵੀ, ਧਾਰਮਿਕ ਉਦਮ ਕੀਤੇ ਵੀ, ਪਰ ਮਨ ਜਿਹੜਾ ਹੈ ਉਹ ਜੰਜਾਲਾਂ ਵਿੱਚੋਂ ਨਿਕਲਿਆ ਨਹੀਂ, ਭਰਮਾਂ ਵਿੱਚੋਂ ਨਿਕਲਿਆ ਹੀ ਨਹੀਂ, ਇਹ ਪਛਤਾਵਾ ਰਹਿ ਜਾਂਦਾ ਹੈ। ਕਲਰ ਕੇਰੀ ਛਪੜੀ ਆਏ ਉਲਥੇ ਹੰਝ, ਚਿੰਜੂ ਬੋੜਨੀ ਨਾ ਪੀਵਹੇ, ਉੱਡਣ ਸੰਧੀ ਡੰਝ। ਸੰਧੀ ਮੈਨੇ ਦੀ ਸਮੇਤ, ਡੰਝ ਦਾ ਮਤਲਬ ਪਿਆਸ, ਤਾਂਗ। ਕਲਰ ਕੇਰੀ ਛਪੜੀ, ਤੋਂ ਛਪੜੀ ਜਿਹੜੀ ਹੈ ਉਹ ਕਲਰ ਵਾਲੀ ਹੈ, ਉੱਥੇ ਹੰਸ ਆ ਉਤਰਦੇ ਹਨ ਵੀ ਇੱਥੋਂ ਕੁਝ ਮੋਤੀ ਲੱਭਣਗੇ, ਪਰ ਉਸ ਕਲਰ ਵਾਲੀ ਛਪੜੀ ਜਿਹੜੀ ਹੈ ਉਹਦੇ ਵਿੱਚ ਮੋਤੀ ਕਿੱਥੇ, ਉਹ ਹੰਸ ਛਪੜੀ ਵਿੱਚ ਆ ਕੇ ਆਪਣੀ ਫਿਰ ਚੁੰਝ ਡੋਬਦੇ ਹਨ। ਚਿੰਜੂ ਬੋੜਨੀ, ਚਿੰਝ ਡੋਬਦੇ ਹਨ ਆਪਣੀ, ਨਾ ਪੀਵਹੇ, ਪਰ ਉਹ ਮੈਲਾ ਪਾਣੀ ਜਿਹੜਾ ਕਲਰ ਵਾਲਾ ਛਪੜੀ ਦਾ ਉਹ ਫਿਰ ਪੀਂਦੇ ਨਹੀਂ। ਚਿੰਜੂ ਬੋੜਨ, ਉਹ ਪਾਣੀ ਮੈਲਾ ਹੈ ਛਪੜੀ ਦਾ, ਉਹ ਪੀਂਦੇ ਨਹੀਂ, ਤੇ ਉਹਨਾਂ ਨੂੰ ਫਿਰ ਉੱਥੋਂ ਉੱਡ ਜਾਣ ਦੀ ਹੀ ਡੰਝ ਲੱਗੀ ਰਹਿੰਦੀ ਹੈ। ਡੰਝ ਮੈਨੇ ਤਾਂਗ ਲੱਗੀ ਰਹਿੰਦੀ ਆ, ਪਿਆਸ ਲੱਗੀ ਰਹਿੰਦੀ ਵੀ ਕਿਹੜੀ ਘੜੀ ਉੱਥੋਂ ਉੱਡ ਜਾਣ। ਜਿਸ ਦਾ ਮਤਲਬ ਹੈ ਇਹ ਪਤਾ ਲੱਗ ਜਾਏ ਕਿ ਇੱਥੋਂ ਕੁਛ ਪ੍ਰਾਪਤ ਹੋਣ ਵਾਲਾ ਨਹੀਂ ਧਾਰਮਿਕ ਤੌਰ ਤੇ ਉੱਤੇ, ਤਾਂ ਉਹ ਪਾਸਾ ਛੱਡਣਾ ਯੋਗ ਹੈ। ਹੰਸ ਉੱਡਰੀ ਕੋਧਰੇ ਪਿਆ, ਲੋਕ ਵਿਡਾਰਨ
ਹੰਸ ਉੱਡਰੇ ਕੋਧਰਾ ਪਿਆ। ਕੋਧਰਾ ਮੈਨੇ ਕੋਧਰੇ ਦੀ ਜਿਹੜੀ ਪੈਲੀ ਹੈ, ਜਿੱਥੇ ਕੋਧਰਾ ਬੀਜਿਆ ਹੋਵੇ, ਹੰਸ ਜਿਹੜਾ ਉੱਡ ਕੇ ਉਸ ਪੈਲੀ ਵਿੱਚ ਚਲਾ ਗਿਆ। ਲੋਕ ਵਿਡਾਰਨ ਜਾਏ, ਲੋਕ ਜਿਹੜੇ ਹਨ ਜਿਨ੍ਹਾਂ ਦਾ ਉਹ ਖੇਤ ਹੁੰਦਾ, ਪੈਲੀ ਹੁੰਦੀ ਹੈ, ਉੱਥੋਂ ਦਾ ਕੋਈ ਬੰਦਾ ਫਿਰ ਉਸ ਨੂੰ ਉਡਾਉਣ ਲਈ ਜਾਂਦਾ ਹੈ। ਹੰਸ ਉੱਡਰ ਕੋਧਰਾ ਪਿਆ, ਲੋਕ ਵਿਡਾਰਨ ਜਾਏ। ਲੋਕ ਅੱਗੇ ਨੂੰ ਕਿਹੜਾ ਲੋਕ, ਤੇ ਉਥੋਂ ਖੇਤ ਦਾ ਮਾਲਕ ਜਿਹੜਾ ਆ, ਇਹ ਕਹਿ ਸਕਦੇ ਆ, ਜਾਂ ਜਗਤ ਦੇ ਬੰਦੇ ਜਿਹੜੇ ਆ, ਲੋਕਾਂ ਦਾ ਇਕੱਠ ਕਹਿ ਸਕਦੇ ਆ, ਕੁਝ ਬੰਦੇ ਉਸ ਨੂੰ ਉਥੋਂ ਉਡਾਉਣ ਲਈ ਜਾਂਦੇ ਹਨ। ਪਰ ਗਹਿਲਾ ਲੋਕ ਨਾ ਜਾਣਦਾ, ਇਹ ਜਗਤ ਜਿਹੜਾ ਹੈ ਇਹ ਗਾਫਲ, ਇਸ ਨੂੰ ਪਤਾ ਨਹੀਂ ਹੈ ਕਿ ਜਿਹੜਾ ਹੰਸ ਹੈ ਉਹ ਤਾਂ ਕੋਧਰਾ ਖਾਂਦਾ ਹੀ ਨਹੀਂ, ਉਹ ਤਾਂ ਕੋਧਰਾ ਖਾਂਦਾ ਨਹੀਂ, ਉੱਥੋਂ ਉਡਾਉਣ ਦੀ ਕੀ ਲੋੜ ਹੈ ਉਹਨੂੰ, ਉਹਨੇ ਕਿਹੜਾ ਕੋਧਰਾ ਖਾ ਲੈਣਾ ਉੱਥੇ ਆ ਕੇ। ਤੇ ਇਸ ਕਰਕੇ ਇੱਥੋਂ ਇਹ ਸਮਝ ਪੈਂਦੀ ਹੈ, ਪਤਾ ਲੱਗਦਾ ਹੈ, ਵਿਵੇਕ ਬੁੱਧੀ ਮਿਲਦੀ ਹੈ ਗੁਰਬਾਣੀ ਪੜ੍ਹ ਪੜ੍ਹ ਕੇ, ਕਿ ਇਹਨਾਂ ਸ਼ਬਦਾਂ ਦਾ, ਇਹਨਾਂ ਸ਼ਲੋਕਾਂ ਦਾ ਅਰਥ ਕੀ ਹੈ। ਚੱਲ ਚੱਲ ਗਈਆਂ ਪੰਖੀਆਂ ਜਿਨੀ ਵਸਾਏ ਤਲ, ਫਰੀਦਾ ਸਰ ਭਰਿਆ ਵੀ ਚਲਸੀ, ਥੱਕੇ ਕਵਲ ਇਕਲ। ਚੱਲ ਚੱਲ ਗਈਆਂ ਪੰਖੀਆਂ, ਆਪੋ ਆਪਣੀ ਵਾਰੀ, ਪੰਖੀਆਂ ਮਤਲਬ ਪੰਛੀਆਂ ਦੀਆਂ ਡਾਰਾਂ ਜਿਹੜੀਆਂ ਉਹ ਚਲੇ ਗਈਆਂ, ਸੰਸਾਰ ਨੂੰ ਛੱਡ ਕੇ ਚੱਲ ਚੱਲ ਗਈਆਂ ਪੰਖੀਆਂ ਜਿਨੀ ਵਸਾਏ ਤਲ। ਵਸਾਏ ਵੇਲੇ ਜਿਹੜੇ ਵਸਾਏ ਰੌਣਕ ਦੇ ਰਹੇ ਸਨ, ਤਲ ਦਾ ਮਤਲਬ ਤਲਾਬ, ਰੌਣਕ ਵਾਲੇ ਜਿਹੜੇ ਤਲਾਬ ਸਨ ਉਹਨਾਂ ਨੂੰ ਛੱਡ ਕੇ ਪੰਛੀਆਂ ਦੀਆਂ ਡਾਰਾਂ ਜਿਹੜੀਆਂ ਉਹ ਤੁਰੀਆਂ ਜਾ ਰਹੀਆਂ ਹਨ। ਫਰੀਦਾ ਸਰ ਭਰਿਆ ਵੀ ਚੱਲ ਸੀ, ਤੇ ਇਹ ਜਿਹੜਾ ਸਰੋਵਰ ਬਣਾਇਆ, ਤਲ ਬਣਾਇਆ, ਇਹ ਵੀ ਸੁੱਕ ਜਾਏਗਾ। ਫਰੀਜੇ ਕਹਿੰਦੇ ਹਨ ਇੱਥੇ ਪੰਛੀ ਦੀਆਂ ਡਾਰਾਂ ਦੀ ਡਾਰਾਂ ਚਲੇ ਗਈਆਂ, ਪਰ ਇਹ ਸਰੋਵਰ ਵੀ ਨਹੀਂ ਰਹਿਣਾ। ਫਰੀਦਾ ਸਰ ਭਰਿਆ ਵੀ ਚੱਲ ਸੀ, ਇਹ ਵੀ ਸੁੱਕ ਜਾਏਗਾ, ਤੇ ਪਿੱਛੇ ਕੀ ਰਹਿ ਜਾਏਗਾ? ਇਕੱਲੇ ਕਮਲ ਦੇ ਫੁੱਲ ਜਿਹੜੇ ਆ ਉਹ ਰਹਿ ਜਾਣਗੇ, ਤੇ ਉਹ ਵੀ ਇਕੱਲੇ ਰਹਿ ਜਾਣਗੇ, ਮਤਲਬ ਕੁਮਲਾ ਜਾਣਗੇ, ਪਾਣੀ ਸੁੱਕ ਜਾਏਗਾ ਸਰੋਵਰ ਦਾ, ਤੇ ਇੱਥੋਂ ਦੁਨੀਆ ਨਾਸ਼ਵਾਨ ਹੈ। ਇਸ ਦੀ ਸਮਝ ਪੈਂਦੀ ਹੈ ਕਿ ਇੱਥੇ ਕਿਸੇ ਨੇ ਬੈਠਿਆਂ ਨਹੀਂ ਰਹਿਣਾ। ਫਰੀਦਾ ਇੱਟ ਸਿਰਾਣੇ ਹੋਏ ਸਵਣ, ਕੇਤੜਿਆਂ ਜੁਗ ਵਾਪਰੇ, ਇੱਕ ਤੋ ਪਿਆ ਪਾਸੇ। ਇੱਕ ਤੋਂ ਪਿਆ ਪਾਸ ਦਾ ਮਤਲਬ ਇੱਕੋ ਪਾਸੇ ਪਿਆ ਹੋਇਆ, ਕਿੰਨੇ ਯੁੱਗ ਬੀਤ ਗਏ। ਇੱਟ ਸਰਾਣੇ, ਸਰਾਣੇ ਤੇ ਇੱਟ ਹੋਵੇਗੀ, ਭੋਏ ਸਵਣ, ਤੇ ਧਰਤੀ ਉੱਤੇ ਸੌਣਾ ਮਿਲੇਗਾ, ਲੇਟਣਾ ਹੋਵੇਗਾ। ਸਿਰ ਦੇ ਹੇਠ ਇੱਟ ਹੋਵੇਗੀ, ਧਰਤੀ ਵਿੱਚ ਭਾਵ ਕਬਰ ਵਿੱਚ ਤੂੰ ਸੁੱਤਾ ਪਿਆ ਹੋਵੇਗਾ। ਕੀੜਾ ਲੜਿਓ ਮਾਸ, ਤੇ ਤੇਰੇ ਪਿੰਡੇ ਵਿੱਚ ਕੀੜੇ ਤੁਰਦੇ ਹੋਣਗੇ। ਤੂੰ ਇਸ ਤਰ੍ਹਾਂ ਇੱਕ ਪਾਸੇ ਪਿਆ ਢੇਰ ਲੰਮਾ ਸਮਾਂ ਬੀਤ ਜਾਏਗਾ। ਕੇਤੜਿਆਂ ਯੁੱਗ ਵਾਪਰੇ, ਇਹ ਪਤਾ ਨਹੀਂ ਕਿੰਨੇ ਯੁੱਗ ਇਸ ਤਰ੍ਹਾਂ ਬੀਤ ਜਾਣਗੇ, ਮਤਲਬ ਲੰਬਾ ਸਮਾਂ
ਤੂੰ ਇਸੇ ਤਰ੍ਹਾਂ ਇੱਕ ਪਾਸੇ ਪਿਆ ਰਹੇਗਾ, ਇੱਕ ਤਪਿਆ ਪਾਸ, ਉਸ ਵੇਲੇ ਤੈਨੂੰ ਕਿਸੇ ਨੇ ਜਗਾਉਣਾ ਨਹੀਂ। ਇਸ ਕਰਕੇ ਫਰੀਦ ਜੀ ਚੇਤਾ ਕਰਾਉਂਦੇ ਹਨ ਕਿ ਹੁਣ ਤੂੰ ਗਾਫਿਲ ਹੋ ਕੇ ਨਾ ਸੌਂ। ਅੱਗੇ ਸੌਣਾ ਜਿਹੜਾ ਆ ਰਿਹਾ ਹੈ ਉਹਨੂੰ ਚੇਤੇ ਰੱਖ, ਉੱਥੋਂ ਤੈਨੂੰ ਕਿਸੇ ਨੇ ਜਗਾਉਣਾ ਨਹੀਂ। ਉਹ ਸਮਾਂ ਜਿਹੜਾ ਇੱਦਾਂ ਦਾ ਹੋਏਗਾ ਕਿ ਸਿਰ ਥੱਲੇ ਇੱਟ ਹੋਏਗੀ ਤੇ ਧਰਤੀ ਵਿੱਚ ਤੂੰ ਦੱਬਿਆ ਹੋਇਆ ਹੋਏਗਾ ਤੇ ਇੱਕੋ ਪਾਸੇ ਪਿਆ ਰਹੇਗਾ ਤੇ ਮਾਸ ਜਿਹੜਾ ਆ ਉਹ ਕੀੜੇ ਖਾਂਦੇ ਹੋਣਗੇ। ਫਰੀਦਾ ਪੰਨੀ ਘੜੀ ਸਵੰਨਵੀ, ਟੁੱਟੀ ਨਾਗਰ ਲਜ, ਅਜ਼ਰਾਇਲ ਫਰਿਸ਼ਤਾ ਕੈ ਕਰੀ ਪੰਨੀ ਘੜੀ ਸਵੰਨਵੀਂ। ਸਵੰਨਵੀਂ ਮੈਨੇ ਵੰਨਾਂ ਵਾਲੀ, ਰੰਗਾਂ ਵਾਲੀ, ਸਵੰਨਵੀਂ ਸੋਹਣੇ ਰੰਗਾਂ ਵਾਲੀ ਘੜੀ। ਇਹ ਕਿਹੜੀ ਘੜੀ ਆ? ਇਹ ਸਰੀਰ ਰੂਪੀ ਘੜੀ, ਸਰੀਰ ਰੂਪੀ ਭਾਂਡਾ ਜਿਹੜਾ ਸੋਹਣੇ ਸੋਹਣੇ ਰੰਗਾਂ ਵਾਲਾ ਸ਼ਿੰਗਾਰਿਆ ਹੋਇਆ। ਟੁੱਟੀ ਨਾਗਰ, ਨਾਗਰ ਮੈਨੇ ਸੁੰਦਰ, ਲੱਜ, ਇਹਨੂੰ ਜਿਹੜੀ ਲੱਜ ਮਿਲੀ ਹੈ, ਰੱਸੀ ਮਿਲੀ ਹੈ ਨਾ, ਇਹ ਹੈ ਸਵਾਸਾਂ ਦੀ ਰੱਸੀ, ਇਹ ਟੁੱਟ ਜਾਣੀ ਹੈ। ਅਜ਼ਰਾਈਲ ਇਹ ਫਰਿਸ਼ਤੇ ਦਾ ਨਾਂ ਹੈ। ਅਜ਼ਰਾਈਲ ਫਰਿਸ਼ਤਾ ਜਿਹਨੂੰ ਮਲਕੁਲ ਮੌਤ ਵੀ ਕਿਹਾ ਗਿਆ ਹੈ। ਤੋ ਫਰੀਦ ਜੀ ਕਹਿੰਦੇ ਹਨ ਇਹ ਸੁੰਦਰ ਰੰਗ ਵਾਲਾ ਸਰੀਰ ਜਿਹੜਾ ਹੈ, ਇਹ ਸਮਝ ਲਓ ਇਹ ਭੱਜਣਾ ਹੈ, ਇਹ ਨਾਸ਼ ਹੋਣਾ ਹੈ। ਸਵਾਸਾਂ ਦੀ ਲੱਜ ਜਿਹੜੀ ਹੈ ਉਹ ਟੁੱਟਣੀ ਹੈ। ਵੇਖ ਅੱਜ ਕਿਸੇ ਦੇ ਘਰ ਮੌਤ ਦਾ ਫਰਿਸ਼ਤਾ ਪ੍ਰਾਹੁਣਾ ਹੈ। ਅਜ਼ਰਾਈਲ ਫਰਿਸ਼ਤਾ ਕਹਿ ਕਰ ਨਾਠੀ ਅੱਜ। ਇਹ ਕਿਸੇ ਦੇ ਘਰ ਜਿਹੜਾ ਇਹ ਅਜ਼ਰਾਈਲ ਫਰਿਸ਼ਤਾ ਹੈ ਇਹ ਪ੍ਰਾਹੁਣਾ ਹੈ। ਨਾਠੀ ਦਾ ਮਤਲਬ ਹੁੰਦਾ ਪ੍ਰਾਹੁਣਾ। ਕਿਸ ਦੇ ਘਰ ਵਿੱਚ, ਕਿਸ ਦੇ ਘਰ ਵਿੱਚ ਇਹ ਪ੍ਰਾਹੁਣਾ ਆਇਆ ਹੋਇਆ। ਇਹ ਦੇਖ ਇੱਥੋਂ ਪੰਛੀਆਂ ਦੀਆਂ ਡਾਰਾਂ ਦੀਆਂ ਡਾਰਾਂ ਤੇਰੇ ਸਾਹਮਣੇ ਤੁਰੀਆਂ ਜਾ ਰਹੀਆਂ ਹਨ ਤੇ ਇੱਥੋਂ ਕਿਸੇ ਨਾ ਕਿਸੇ ਦੀ ਵਾਰੀ ਆਈ ਰਹਿੰਦੀ ਹੈ। ਤੂੰ ਗਾਫਿਲ ਹੋ ਕੇ ਸੁੱਤਾ ਨਾ ਰਹਿ। ਗੁਰੂ ਪਰਮੇਸ਼ਰ ਨਾਲ ਇਹ ਜਿਹੜੀ ਸਵਾਸਾਂ ਦੀ ਡੋਰੀ ਹੈ ਇਹਨੂੰ ਜੋੜ। ਗੁਰੂ ਪਰਮੇਸ਼ਰ ਨਾਲ ਪ੍ਰੇਮ ਪਾ ਕੇ ਇਹਨਾਂ ਸਵਾਸਾਂ ਨੂੰ ਸਫਲ ਕਰ ਲੈ। ਫਰੀਦਾ ਪੰਨੀ ਘੜੀ ਸਵੰਨਵੀ, ਟੁੱਟੀ ਨਾਗਰ ਲਜ, ਜੋ ਸੱਜਣ ਕੋਈ ਪਾਰ ਥੇ ਸੇ ਕਿਉਂ ਆਵੇ ਅੱਜ। ਪਹਿਲੇ ਸ਼ਲੋਕ ਦੀ ਇੱਕ ਪੰਕਤੀ ਫਿਰ ਇੱਥੇ ਰਿਪੀਟ ਹੋਈ ਹੈ। ਭੰਨੀ ਘੜੀ ਸਵੰਨਵੀ, ਟੂਟੀ ਨਾਗਰ ਲੱਜ। ਤੋ ਭੰਨੀ ਘੜੀ ਸਵੰਨਵੀ ਜਿਹੜੀ ਹੈ, ਪਹਿਲਾਂ ਸੀ ਟੁੱਟੀ ਨਾਗਰ ਲੱਜ, ਹੁਣ ਇੱਥੇ ਥੋੜਾ ਜਿਹਾ ਅੰਤਰ ਹੈ, ਟੂਟੀ ਨਾਗਰ ਲੱਜ। ਤੋ ਫਰੀਦ ਜੀ ਕਹਿੰਦੇ ਦੇਖ ਕਿਸ ਸਰੀਰ ਦਾ ਭਾਂਡਾ ਜਿਹੜਾ ਹੈ ਭੱਜ ਗਿਆ ਹੈ, ਸੋਹਣੇ ਰੰਗ ਵਾਲਾ ਭਾਂਡਾ ਜਿਹੜਾ ਉਹ ਭੱਜ ਗਿਆ ਹੈ। ਵੇਖ ਤੇ ਸਵਾਸਾਂ ਰੂਪ ਲੱਜ ਜਿਹੜੀ ਹੈ ਕਿਹਦੀ ਟੁੱਟ ਗਈ ਹੈ। ਜਿਹੜੇ ਭਰਾ ਜੋ ਸੱਜਣ ਪੋਏ ਭਾਰ ਥੇ, ਜਿਹੜੇ ਵੀ ਸੱਜਣ ਭਰਾ ਧਰਤੀ ਉੱਤੇ ਨਿਰਾ ਭਾਰ ਹੀ ਬਣੇ ਰਹੇ, ਪੋਏ ਭਾਰ ਥੇ, ਉਹਨਾਂ ਨੂੰ ਮਨੁੱਖਾ ਜਨਮ ਵਾਲਾ ਇਹ ਸਮਾਂ ਫਿਰ ਨਹੀਂ ਮਿਲੇਗਾ। ਸੇ ਕਿਉਂ ਆਵੇਂ ਅੱਜ। ਤੋ ਜਿਹੜੇ ਗਾਫਿਲ ਹੋ ਕੇ ਸੁੱਤੇ ਰਹੇ, ਨਮਾਜ਼ ਆਦਿਕ ਵੱਲੋਂ, ਨਿਤਨੇਮ ਵੱਲੋਂ, ਆਖੇ ਜੀ ਨਿਤਨੇਮ ਦੀ ਤਾਂ ਲੋੜ ਹੀ ਨਹੀਂ।
ਬਹੁਤ ਸਾਰੇ ਸੱਜਣ ਇਸ ਪਾਸੇ ਤੁਰ ਪਏ ਹਨ, ਨਿਤਨੇਮ ਦੀ ਲੋੜ ਹੀ ਨਹੀਂ। ਤੋ ਸ਼ੇਖ ਫਰੀਦ ਜੀ ਕਹਿੰਦੇ ਹਨ, ਤੋ ਜਿਹੜੇ ਗਾਫਲ ਹੋ ਕੇ ਪਏ ਰਹੇ, ਨਿਤਨੇਮ ਵੱਲੋਂ ਗਾਫਲ ਹੋ ਗਏ, ਨਮਾਜ਼ ਵੱਲੋਂ ਮੁਸਲਮਾਨ ਗਾਫਲ ਹੋ ਗਏ, ਇਹ ਆਪਣਾ ਛੱਡ ਗਿਆ ਸਾਰਾ ਕੁਛ ਕਿਰਿਆ ਕਰਮ, ਤੇ ਧਰਤੀ ਤੇ ਸੇ ਸੱਜਣ ਪੋਏ ਭਾਰ ਥੇ, ਜੋ ਸੱਜਣ ਪੋਏ ਭਾਰ ਥੇ, ਜਿਹੜੇ ਇਹ ਸੱਜਣ ਧਰਤੀ ਤੇ ਇਸ ਤਰ੍ਹਾਂ ਭਾਰ ਹੀ ਬਣੇ ਰਹੇ, ਗੁਰੂ ਪਰਮੇਸ਼ਰ ਨਾਲ ਆਪਣਾ ਰਿਸ਼ਤਾ ਨਹੀਂ ਜੋੜਿਆ, ਸੇ ਕਿਉਂ ਆਵੇ ਅੱਜ, ਉਹਨਾਂ ਨੂੰ ਇਹ ਮਨੁੱਖਾ ਜਨਮ ਵਾਲਾ ਸਮਾਂ ਮੁੜ ਕੇ ਨਹੀਂ ਮਿਲੇਗਾ। ਤਾਂ ਮਨੁੱਖਾ ਜਨਮ ਕੀਮਤੀ ਹੈ, ਇਸ ਬਾਰੇ ਫਰੀਦ ਜੀ ਨੇ ਸਾਨੂੰ ਇਹ ਚੇਤਾ ਕਰਾਇਆ ਹੈ, ਤੇ ਇਸ ਵਿੱਚ ਗੁਰੂ ਪਰਮੇਸ਼ਰ ਨਾਲ ਆਪਣਾ ਰਿਸ਼ਤਾ ਪਾਉਣ ਦੀ ਲੋੜ ਹੈ ਗੁਰਬਾਣੀ ਰਾਹੀਂ। ਫਰੀਦਾ ਬੇਨਿਵਾਜ਼ਾ ਕੁੱਤਿਆ, ਕੁੱਤਿਆ ਇਹ ਨਾ ਭਲੀ ਰੀਤ, ਕਭੀ ਚੱਲੀ ਨਾ ਆਇਆ, ਪੰਜੇ ਵਕਤ ਮਸੀਤ, ਪੰਜੇ ਵਕਤ ਮਸੀਤੇ ਚੱਲ ਕੇ ਹੀ ਨਹੀਂ ਆਇਆ। ਇਹ ਕਿਸੇ ਮੁਸਲਮਾਨ ਭਰਾ ਨੂੰ ਇਸ ਤਰ੍ਹਾਂ ਸਮਝਾ ਰਹੇ ਹਨ ਜਿਹੜਾ ਨਿਤਨੇਮ ਤੋਂ ਖੁੰਝ ਗਿਆ ਹੈ, ਨਿਤਨੇਮ ਤੋਂ ਖੁੰਝ ਗਿਆ ਹੈ। ਸਾਡੇ ਸਿੱਖ ਤਾਂ ਨਿਤਨੇਮ ਨੂੰ ਬਿਲਕੁਲ ਸਮਝਦੇ ਨਹੀਂ, ਬਹੁਤ ਸਾਰੇ ਸੱਜਣ ਵੀ ਇਹ ਨਿਤਨੇਮ ਕੋਈ ਚੀਜ਼ ਨਹੀਂ ਹੈ, ਬਾਣੀਆਂ ਸ਼ਬਦ ਰੋਜ਼ ਪੜ੍ਹੋ ਇਹੀ ਨਿਤਨੇਮ ਹੈ। ਪਿਆਰਿਓ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸੰਪਾਦਨਾ ਜਾਂ ਰਚਨਾ ਜਿਹੜੀ ਹੋਈ ਹੈ, ਉਹਦੇ ਵਿੱਚ ਪਹਿਲਾਂ 13 ਪੰਨੇ ਕਦੇ ਧਿਆਨ ਨਾਲ ਪੜ੍ਹ ਕੇ ਦੇਖੋ। ਉਹਨਾਂ ਦੀ ਰਚਨਾ, ਉਹਨਾਂ ਦੀ ਜਿਹੜੀ ਬਣਤਰ ਹੈ ਉਹ ਬਾਕੀ ਗੁਰੂ ਗ੍ਰੰਥ ਸਾਹਿਬ ਨਾਲੋਂ ਵੱਖ ਹੈ। 14 ਪੰਨੇ ਤੋਂ ਬਾਣੀ ਵੱਖ ਸ਼ੁਰੂ ਹੁੰਦੀ ਹੈ, ਉਹਦਾ ਸਿਸਟਮ ਲਿਖਣ ਦਾ ਹੋਰ ਹੈ, ਪਹਿਲੇ 13 ਪੰਨੇ ਦਾ ਸਿਸਟਮ ਲਿਖਣ ਦਾ ਹੋਰ ਹੈ। ਤੇ ਇਹ ਨਿਤਨੇਮ ਐਸੀ ਚੀਜ਼ ਹੈ ਜਿਸ ਨੂੰ ਛੱਡਿਆ ਨਹੀਂ ਜਾ ਸਕਦਾ। ਰੋਟੀ ਕੋਈ ਨਹੀਂ ਛੱਡਦਾ, ਨਿਤਨੇਮ ਹੈ। ਨਹਾਉਣਾ ਕੋਈ ਨਹੀਂ ਛੱਡਦਾ, ਨਿਤਨੇਮ ਹੈ। ਹਾਂ, ਬਿਮਾਰੀ ਠਮਾਰੀ ਵਿੱਚ ਕਈ ਵਾਰੀ ਬੰਦੇ ਨਹੀਂ ਨਹਾਉਂਦੇ, ਉਹ ਵੱਖਰੀ ਗੱਲ ਹੈ, ਪਰ ਇਹ ਨਹੀਂ ਕੋਈ ਹਫ਼ਤਾ ਨਹਾਵੇ ਹੀ ਨਾ, ਐਸੀ ਗੱਲ ਨਹੀਂ ਹੁੰਦੀ। ਹਾਂ, ਜੇ ਬਿਮਾਰੀ ਲੰਬੀ ਹੈ ਤਾਂ ਐਸਾ ਵੀ ਕੰਮ ਚੱਲ ਸਕਦਾ, ਪਰ ਬਿਮਾਰੀ ਦੀ ਹਾਲਤ ਹੁੰਦੀ ਹੈ। ਆਮ ਹਾਲਤਾਂ ਵਿੱਚ ਕੋਈ ਵੀ ਇਸ ਤਰ੍ਹਾਂ ਆਪਣਾ ਨਿਤਨੇਮ ਛੱਡਦਾ ਨਹੀਂ। ਤਾਂ ਇਹ ਜੋ 13 ਪੰਨੇ ਹੈ, ਇਹ ਸਾਨੂੰ ਇੱਕ ਤਰ੍ਹਾਂ ਦਾ ਰੋਜ਼ਾਨਾ ਬਾਣੀ ਨਾਲ ਜੁੜਨ ਦਾ ਇੱਕ ਜ਼ਰੀਆ ਬਣਾਇਆ ਹੋਇਆ ਕਿ ਬੰਦਾ ਬਾਣੀ ਨਾਲ ਜੁੜਿਆ ਰਹੇ, ਚੇਤਾ ਰਹੇ ਇਸ ਨੂੰ ਕੋਈ ਬਾਣੀ ਪੜ੍ਹਨੀ ਹੈ, ਰੋਜ਼ਾਨਾ ਚੇਤਾ ਆਉਂਦਾ ਰਹੇ ਇਸ ਬਾਣੀ ਪੜ੍ਹਨੀ ਹੈ। ਜਪਜੀ ਜੀ ਦਾ ਪਾਠ ਹੈ, 100 ਦਰ 100 ਪੁਰਖ ਤੇ 9 ਸ਼ਬਦ ਹਨ, 16 ਦੇ 5 ਸ਼ਬਦ ਹਨ। ਇਹ ਨਿਤਨੇਮ ਦੀ ਬਣਤਰ ਪੰਜਵੇਂ ਪਾਤਸ਼ਾਹ ਜੀ ਨੇ ਫਾਈਨਲ ਕੀਤੀ, ਤੇ ਭਾਵੇਂ ਇਹ ਪਹਿਲੇ ਗੁਰੂ ਜੀ ਤੋਂ ਚੱਲੀ ਆ ਰਹੀ ਹੈ, ਕਿਉਂਕਿ ਇਹਨੂੰ ਧਿਆਨ ਨਾਲ ਦੇਖੀਏ ਇਸ ਨਿਤਨੇਮ ਨੂੰ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਪਹਿਲਾਂ ਜਿਹੜੇ ਉਹ ਆ ਰਹੇ ਹਨ। ਇਹਦਾ ਮਤਲਬ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੇਲੇ ਤੋਂ ਨਿਤਨੇਮ ਬਣਿਆ ਆ ਰਿਹਾ। ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਜ਼ਿਕਰ ਵੀ ਇਸ ਦਾ ਕੀਤਾ ਹੋਇਆ ਕਿ ਨਿਤਨੇਮ ਉਦੋਂ ਹੋ ਰਿਹਾ ਸੀ। ਭਾਵੇਂ ਸਾਡੇ ਸਿੱਖ ਜਿਹੜੇ ਬਹੁਤ ਸਾਰੇ ਇਸ ਨੂੰ ਨਕਾਰ ਰਹੇ ਹਨ ਕਿ ਨਿਤਨੇਮ ਦੀ ਕੋਈ ਲੋੜ ਨਹੀਂ ਹੈ, ਇਹ ਵਾਰਾਂ ਭਾਈ ਗੁਰਦਾਸ ਦੀਆਂ ਸਾਬਤ ਕਰਦੀਆਂ ਕਿ ਨਿਤਨੇਮ ਬਾਬਾ ਨਾਨਕ ਤੋਂ ਚੱਲਿਆ ਆ ਰਿਹਾ, ਬਾਬਾ ਨਾਨਕ ਦੀ ਬਾਣੀ ਦਾ। ਸੋ ਪੰਜਵੇਂ ਪਾਤਸ਼ਾਹ ਵਿੱਚ ਤੱਕ ਆ ਕੇ ਨਿਤਨੇਮ ਜਿਹੜਾ ਆ, ਜਿਹੜੀ ਰੂਪ ਰੇਖਾ ਬਣੀ ਹੈ, ਉਹ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੀ ਹੈ। ਤੇ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਪਹਿਲੇ ਸ਼ਬਦ ਗੁਰੂ ਨਾਨਕ ਪਾਤਸ਼ਾਹ ਦੇ ਉਹ ਦਰਜ ਹੋਏ ਹਨ, ਤੇ ਜਪਜੀ ਬਾਣੀ ਹੈ। ਤੋ ਇਹ ਵਾਰਾਂ ਪੜ੍ਹੋ ਭਾਈ ਗੁਰਦਾਸ ਦੀਆਂ, ਪਤਾ ਲੱਗ ਜਾਂਦਾ ਹੈ। ਸੋਦਰ ਆਰਤੀ ਗਾਵੀ ਅੰਮ੍ਰਿਤ ਵੇਲੇ ਜਾਪ ਉਪਾਰਾ, ਜਾਪ ਉਚਾਰਾ, ਤੇ ਰਾਤੀ ਕੀਰਤ ਸੋਹਿਲਾ ਕਰ ਆਰਤੀ ਪ੍ਰਸ਼ਾਦ ਵਰਤੰਦੇ। ਤੋ ਇਸ ਦੀਆਂ ਪੰਕਤੀਆਂ ਉਹਨਾਂ ਦੀਆਂ ਵਾਰਾਂ ਵਿੱਚ ਮਿਲਦੀਆਂ ਹਨ, ਜਿੱਥੇ ਉਹਨਾਂ ਨੇ ਇਸ ਨਿਤਨੇਮ ਦਾ ਜ਼ਿਕਰ ਕੀਤਾ ਹੋਇਆ। ਚਲੋ, ਇੱਥੇ ਫਰੀਦ ਜੀ ਆਪਣੇ ਕਿਸੇ ਪਿਆਰੇ ਨੂੰ ਕਹਿੰਦੇ ਹਨ, ਬੇਨਵਾਜ਼ਾ ਕੁੱਤਿਆ ਇਹ ਨਾ ਭਲੀ ਰੀਤ, ਇਹ ਤੇਰੀ ਰੀਤੀ ਚੰਗੀ ਨਹੀਂ, ਇਹ ਜੇ ਤਰੀਕਾ ਤੇ ਅਪਣਾ ਲਿਆ ਜੀਉਣ ਦਾ, ਇਹ ਚੰਗਾ ਨਹੀਂ ਹੈ। ਕੀ ਹੈ ਇਹ ਤਰੀਕਾ, ਕਿਹੜਾ ਅਪਣਾ ਲਿਆ ਹੈ ਜਿਸ ਕਰਕੇ ਫਰੀਦ ਜੀ ਨੂੰ ਸ਼ਬਦ ਕੁੱਤਿਆ ਵਰਤਣਾ ਪਿਆ ਇੱਥੇ। ਬੇਨਵਾਜ਼ਾ,
ਉਸ ਦੇ ਵਾਸਤੇ ਸ਼ਬਦ ਵਰਤਿਆ ਜਿਹੜਾ ਨਵਾਜ਼ ਨਾ ਪੜ੍ਹੇ, ਜੋ ਬੰਦਗੀ ਨਹੀਂ ਕਰਦੇ। ਉਹਨਾਂ ਨੂੰ ਕਿਹਾ, ਫਰੀਦ ਜੀ ਨੇ ਕੁੱਤੇ ਸ਼ਬਦ ਨਾਲ ਸੰਬੋਧਨ ਕੀਤਾ, ਫਰੀਦਾ ਬੇਨਵਾਜ਼ਾ ਕੁੱਤਿਆ। ਹੁਣ ਸਿੱਖ ਵੀ ਸੋਚ ਲੈਣ ਕਿ ਜਿਹੜੇ ਨਿਤਨੇਮ ਕਹਿੰਦੇ ਨਹੀਂ ਚਾਹੀਦਾ, ਨਿਤਨੇਮ ਜਿਹੜਾ ਉਹ ਕੋਈ ਚੀਜ਼ ਨਹੀਂ ਹੈ, ਬਾਣੀ ਸਾਰੀ ਨਿਤਨੇਮ ਹੈ। ਉਹ ਬਾਣੀ ਸਾਰੀ ਨਿਤਨੇਮ ਰੋਜ਼ਾਨਾ ਕੌਣ ਪੜ੍ਹ ਸਕਦਾ? ਸਾਰਾ ਗੁਰੂ ਗ੍ਰੰਥ ਸਾਹਿਬ ਪਾਠ ਰੋਜ਼ਾਨਾ ਕੋਈ ਨਹੀਂ ਕਰ ਸਕਦਾ। ਨਿਤਨੇਮ ਹੁੰਦਾ ਜਿਹੜਾ ਨਿਤ ਕੀਤਾ ਜਾਵੇ, ਜਿਹੜਾ ਨਿਤ ਵਿੱਚ ਹੁੰਦਾ ਆ। ਤਾਂ ਸਾਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਹੈ, ਤੇ ਸਾਰੀ ਬਾਣੀ ਨਿਤਨੇਮ ਜਿਹੜੀ ਹੈ ਕਿਵੇਂ ਰੋਜ਼ਾਨਾ ਹੋ ਸਕਦੀ ਹੈ? ਇਹਨੂੰ ਸਮਾਂ ਲੱਗਦਾ ਹੈ। ਇਹ ਤਾਂ ਸਾਡਾ ਇਹ ਸਟੱਡੀ ਹੈ, ਇਹ ਇੱਕ ਅਧਿਐਨ ਹੈ ਜਿਹੜਾ ਨਾਲ ਨਾਲ ਜਿਹੜਾ ਚੱਲਣਾ ਚਾਹੀਦਾ ਹੈ। ਤਾਂ ਨਿਤਨੇਮ ਜਿਹੜਾ ਆ ਉਹ ਹਰ ਇੱਕ ਵਾਸਤੇ ਜ਼ਰੂਰੀ ਹੈ। ਇਹਦੇ ਨਾਲ ਇਹ ਨਹੀਂ ਕਿ ਨਿਤਨੇਮ ਕਰ ਲਿਆ ਤੇ ਗੁਰਬਾਣੀ ਸਾਰੀ ਪਾਸੇ ਰੱਖ ਦਿੱਤੀ। ਗੁਰਬਾਣੀ ਸਾਰੀ ਜੀਵਨ ਦਾ ਦਰਸ਼ਨ ਹੈ, ਇਹ ਜੀਵਨ ਜਿਉਣ ਦਾ ਤਰੀਕਾ ਹੈ। ਇਹਨੂੰ ਛੱਡ ਨਹੀਂ ਦੇਣਾ, ਇਹਨੂੰ ਲਗਾਤਾਰ ਅਭਿਆਸ ਇਹਦਾ ਕਰਨਾ ਹੈ, ਪੜ੍ਹਨਾ ਹੈ, ਵਿਚਾਰਨਾ ਹੈ। ਪਰ ਅਭਿਆਸ ਕਰਨ ਵਿੱਚ, ਸਟੱਡੀ ਕਰਨ ਵਿੱਚ ਕਈ ਨਾਗੇ ਪੈ ਸਕਦੇ ਹਨ। ਬੰਦਾ ਕਹਿੰਦਾ ਚਲੋ ਅੱਜ ਨਹੀਂ ਤਾਂ ਕੱਲ੍ਹ ਨੂੰ ਹੋ ਜਾਊਗਾ, ਸਮਾਂ ਨਹੀਂ ਹੈ ਜਾਂ ਕਿਸ ਤਰ੍ਹਾਂ ਵੀ ਹੈ। ਪਰ ਪਿਆਰਿਓ, ਨਿਤਨੇਮ ਤਾਂ ਸਮਾਂ ਨਾ ਵੀ ਹੋਵੇ ਤਾਂ ਬੰਦਾ ਜਿਹੜਾ ਆ ਉਹ ਸਮਾਂ ਕੱਢ ਕੇ ਉਸ ਨੂੰ ਪੂਰਾ ਕਰ ਲੈਂਦਾ, ਉਹ ਨਿਤਨੇਮ ਹੈ। ਉਸੇ ਚੇਤਾ ਕਰਾਉਣ ਵਾਸਤੇ ਗੁਰੂ ਜੀ ਨੇ ਹੁਣ ਇੱਥੇ ਨਿਤਨੇਮ ਤਾਂ ਮੁਸਲਮਾਨ ਵੀਰ ਵਾਸਤੇ ਵੀ ਹੈ ਵੀ ਤੂੰ ਚੱਲ ਪੰਜ ਟਾਈਮ ਜਿਹੜਾ ਆ ਉਹ ਤੈਂ ਨਮਾਜ਼ ਪੜ੍ਹਨੀ ਹੈ। ਤੇ ਫਰੀਦ ਜੀ ਕਹਿੰਦੇ ਹਨ, ਜੋ ਬੰਦੇ ਨਮਾਜ਼ ਨਹੀਂ ਪੜ੍ਹਦੇ, ਇਹਦਾ ਮਤਲਬ ਬੰਦਗੀ ਵੱਲੋਂ ਗਾਫਿਲ ਹਨ। ਕਦੇ ਵੀ ਉਦਮ ਕਰਕੇ ਉਹ 5 ਵੇਲੇ ਮਸਜਿਦ ਵੀ ਨਹੀਂ ਜਾਂਦੇ। ਤਾਂ ਭਾਵ ਇਹਦਾ ਇਹ ਹੈ ਵੀ ਘੱਟੋ ਘੱਟ 5 ਵੇਲੇ ਉਹ ਰੱਬ ਨੂੰ ਯਾਦ ਨਹੀਂ ਕਰਦੇ ਆਪਣੇ ਨਿਤਨੇਮ ਵਿੱਚ। ਘੱਟੋ ਘੱਟ 5 ਵੇਲੇ ਉਸ ਨਾਲ ਜੁੜਦੇ ਨਹੀਂ ਨਮਾਜ਼ ਰਾਹੀਂ। ਤਾਂ ਫਰੀਦ ਜੀ ਕਹਿੰਦੇ ਨੇ ਉਹ ਤਾਂ ਕੁੱਤਿਆਂ ਦੇ ਸਮਾਨ ਹਨ। ਇਸ ਕਰਕੇ ਕੁੱਤਾ ਸ਼ਬਦ ਵਰਤਿਆ। ਹੁਣ ਕੱਕੇ ਤੇ ਅਦਕ ਨਹੀਂ ਪਾਇਆ ਹੋਇਆ, ਇੱਥੇ ਬੋਲਣਾ ਪੈਣਾ ਆ ਤਾਂ ਕੁੱਤਿਆ ਬਣਨਾ, ਕੁੱਤਿਆ ਬਣ ਜਾਊਗਾ। ਬੇਨਵਾਜ਼ਾ ਕੁੱਤਿਆ। ਤੇ ਸ਼ਬਦ ਨਿਵਾਜ਼ ਹੁੰਦਾ, ਨਵਾਜ਼ ਨਹੀਂ ਹੁੰਦਾ, ਨਿਵਾਜ਼, ਨਵਾਜ਼ ਤੇ ਜ਼ ਸੁੰਡ ਹੁੰਦੀ ਆ। ਇਸ ਕਰਕੇ ਇੱਥੇ ਜਿਵੇਂ ਜਿਵੇਂ ਪਰਸ਼ੀਅਨ ਹੈ, ਅਰੈਬਿਕ ਹੈ, ਸੰਸਕ੍ਰਿਤ ਹੈ, ਭਾਸ਼ਾਵਾਂ ਵਰਤੀਆਂ ਗਈਆਂ, ਉਹਨਾਂ ਦੇ ਸ਼ਬਦ ਵਰਤੇ ਗਏ ਹਨ। ਤੇ ਉਹਨਾਂ ਦੇ ਸ਼ਬਦਾਂ ਦਾ ਉਚਾਰਨ ਉਹਨਾਂ ਦੀ ਭਾਸ਼ਾ ਮੁਤਾਬਕ ਹੀ ਚੰਗਾ ਲੱਗਦਾ ਹੈ। ਤੇ ਕੁੱਤਿਆ ਦਾ ਇੱਥੇ ਕੱਕੇ ਨੂੰ ਅਦਕ ਬੋਲਣਾ ਪਿਆ, ਕੁੱਤਿਆ। ਉਹ ਸਾਡੇ ਕੋਲ ਟੂਲ ਜਿਹੜੇ ਨਹੀਂ ਸਨ ਉਸ ਵੇਲੇ ਬਾਣੀ ਲਿਖਣ ਵੇਲੇ, ਤਾਂ ਉਹ ਟੂਲ ਜਿਹੜੇ ਆ ਗੁਰਬਾਣੀ 'ਚ ਨਹੀਂ ਮਿਲਦੇ। ਅੱਜ ਕੱਲ੍ਹ ਟੂਲ ਡਿਵੈਲਪ ਹੋ ਗਿਆ, ਅਦਕ ਡਿਵੈਲਪ ਹੋ ਗਿਆ। ਪੈਰ ਬਿੰਦੀਆਂ ਵਾਲੇ ਅੱਖਰ ਜਿਹੜੇ ਆ ਉਹ ਬਣਾ ਲਏ ਗਏ ਆ। ਉਦੋਂ ਇਹ ਨਹੀਂ ਸਨ, ਪਰ ਉਹਨਾਂ ਦੀਆਂ ਸਾਊਂਡਸ, ਆਵਾਜ਼ਾਂ ਸਨ। ਆਵਾਜ਼ਾਂ ਕਿਤੇ ਨਹੀਂ ਗਈਆਂ ਸਨ। ਤਾਂ ਉਹ ਆਵਾਜ਼ਾਂ ਸਾਰੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਉਹਨਾਂ ਆਵਾਜ਼ਾਂ ਨੂੰ, ਉਹਨਾਂ ਆਵਾਜ਼ਾਂ ਮੁਤਾਬਕ ਇਹ ਪੜ੍ਹਨਾ ਜਿਹੜਾ ਉਹ ਸ਼ੁੱਧ ਪਾਠ ਵਿੱਚ ਸ਼ਾਮਲ ਹੁੰਦਾ। ਤਾਂ ਕਵੀ ਚੱਲਣ ਆਇਆ ਪੰਜੇ ਵਕਤ ਮਸੀਤ। ਇਸ ਕਰਕੇ ਇੱਥੇ ਚੇਤਾ ਕਰਾਉਂਦੇ ਹਨ ਫਰੀਦ ਜੀ ਕਿ ਜਿਹੜਾ ਨਿਤਨੇਮ ਤੈਨੂੰ ਦਿੱਤਾ ਹੋਇਆ ਤੇ ਉਸ ਨੂੰ ਤੂੰ ਨਿਭਾਉਣਾ ਹੈ, ਉਸ ਨੂੰ ਛੱਡਣਾ ਨਹੀਂ ਹੈ। ਤੇ ਇਹ ਜੇ ਛੱਡੇਗਾ ਇਹ ਭਲੀ ਰੀਤ ਨਹੀਂ ਹੋਏਗੀ। ਤਾਂ ਫਰੀਦ ਜੀ ਆਪਣੇ ਕਿਸੇ ਸੱਜਣ ਨੂੰ, ਮੁਸਲਮਾਨ ਵੀਰ ਨੂੰ ਇਹ ਸਮਝਾ ਰਹੇ ਹਨ ਕਿ ਘੱਟੋ ਘੱਟ 5 ਵੇਲੇ ਜਿਹੜੇ ਤੈਨੂੰ ਦਿੱਤੇ ਹਨ, ਉਸ ਵੇਲੇ ਨਿਵਾਜ਼ ਦੁਆਰਾ ਤੂੰ ਪਰਮੇਸ਼ਰ ਨਾਲ, ਅੱਲਾ ਨਾਲ ਜੁੜਨਾ ਹੈ। ਇਸ ਤਰ੍ਹਾਂ ਸਿੱਖਾਂ ਵਾਸਤੇ ਹੈ। ਸਵੇਰੇ ਸ਼ਾਮੀ ਅਤੇ ਰਾਤ ਨੂੰ ਸੌਣ ਵੇਲੇ ਦਾ ਨਿਤਨੇਮ ਸਿੱਖਾਂ ਵਾਸਤੇ ਵੀ ਹੈ। ਉੱਠੋ ਫਰੀਦਾ ਉਜ਼ੂ ਸਾਜ, ਸੁਬਹ ਨਿਵਾਜ਼ ਗੁਜ਼ਾਰ, ਸੁਬਹ ਨਿਵਾਜ਼ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੈ, ਸੋ ਸਿਰੁ ਕਾਪੇ ਉੱਠ ਖੜ ਫਰੀਦਾ। ਫਰੀਦ ਜੀ ਕਹਿੰਦੇ ਨੇ, ਫਰੀਦਾ ਆਖ ਕਿ ਪ੍ਰਾਣੀ ਤੂੰ ਉੱਠ ਖੜ, ਉੱਠ। ਉਜ਼ੂ ਸਾਜ਼, ਉਜ਼ੂ ਸਾਜ਼ ਕੀ ਹੁੰਦਾ? ਉਜ਼ੂ ਸਾਜ਼ ਦਾ ਮਤਲਬ ਹੈ ਉਜ਼ੂ ਕਰ। ਉਜ਼ੂ ਕਰ ਦਾ ਮਤਲਬ ਹੈ ਹੱਥ ਮੂੰਹ ਧੋ।
ਇਹ ਹੈ ਉਜ਼ੂ ਸਾਜਣਾ, ਉਜ਼ੂ ਸਾਜ। ਹੱਥ ਮੂੰਹ ਧੋ, ਤੇ ਹੱਥ ਮੂੰਹ ਧੋ ਕੇ ਕੀ ਕਰ, ਨਿਵਾਜ਼ ਗੁਜ਼ਾਰ। ਸੁਬਾਹ ਦਾ ਟਾਈਮ ਹੋ ਗਿਆ ਹੈ, ਸੁਬਾਹ ਦਾ ਵੇਲਾ ਹੋ ਗਿਆ, ਸਵੇਰਾ ਹੋ ਗਿਆ ਹੈ, ਉੱਠ ਖੜ, ਤੂੰ ਹੱਥ ਮੂੰਹ ਧੋ। ਦਾ ਮਤਲਬ ਸੁਚੇਤ ਹੋ। ਜਦੋਂ ਹੱਥ ਮੂੰਹ ਬੰਦਾ ਧੋਂਦਾ ਹੈ, ਪਾਣੀ ਨਾਲ ਛਿੱਟੇ ਮਾਰਦਾ ਹੈ, ਤਾਂ ਬੰਦਾ ਨੀਂਦ ਵਿੱਚ ਸੁਚੇਤ ਹੁੰਦਾ ਹੈ। ਨਿਵਾਜ਼ ਗੁਜ਼ਾਰੇ, ਅਤੇ ਨਮਾਜ਼ ਪੜ੍ਹ। ਭਾਵ ਜਿਹੜਾ ਤੈਨੂੰ ਨਿਤਨੇਮ ਦਿੱਤਾ ਗਿਆ ਹੈ ਰੱਬ ਨਾਲ ਜੁੜਨ ਦਾ, ਉਹਨੂੰ ਇਸ ਤਰ੍ਹਾਂ ਕਰ। ਜੋ ਸਿਰ ਸਾਈਂ ਨਾ ਨਿਵੈ, ਤੇ ਫਰੀਦ ਜਿਹੜਾ ਮਾਲਕ ਦੇ ਅੱਗੇ ਕੋਈ ਸਿਰ ਨਹੀਂ ਝੁਕਦਾ, ਉਹ ਸਿਰ ਕਹਿੰਦੇ ਕੱਟ ਕੇ ਲਾ ਦੇ। ਸੋ ਸਿਰ ਕਾਪੇ ਉਤਾਰ। ਕਾਪੇ ਦਾ ਮਤਲਬ ਹੈ ਕੱਟ ਕੇ, ਉਤਾਰ ਮੈਂ ਨਾ ਉਤਾਰ, ਕੱਟ ਕੇ ਉਤਾਰ ਦੇ। ਤੋ ਇਹਦਾ ਭਾਵ ਅਰਥ ਜਿਹੜਾ ਲੈਣਾ, ਇਹਦਾ ਅਸੀਂ ਸ਼ਬਦੀ ਅਰਥ ਨਹੀਂ ਲੈਣਾ ਕਿ ਅਸੀਂ ਸਿਰ ਨੂੰ ਕੱਟ ਕੇ ਜਿਹੜਾ ਪਰੇ ਸੁੱਟ ਦੇਣਾ ਹੈ, ਉਹ ਸੁਸਾਈਡ ਕਰ ਲੈਣਾ, ਇਹ ਗੱਲ ਨਹੀਂ ਹੈ। ਸ਼ਬਦਾਂ ਦੇ ਭਾਵ ਅਰਥ ਜਿਹੜੇ ਹਨ ਉਹ ਲੈ ਜਾਂਦੇ ਹਨ। ਸੋ ਸਿਰ ਕਾਪੇ ਉਤਾਰ, ਇਹਦਾ ਮਤਲਬ ਇਹ ਹੋਇਆ ਕਿ ਜੇ ਤੂੰ ਸਵੇਰ ਦਾ ਵੇਲਾ ਸੰਭਾਲਦਾ ਹੈ, ਉਜ਼ੂ ਸਾਜਦਾ ਹੈ, ਨਮਾਜ਼ ਗੁਜ਼ਾਰਦਾ ਹੈ, ਆਪਣੇ ਨਿਤਨੇਮ ਵਿੱਚ ਪੱਕਾ ਹੈ, ਤਾਂ ਠੀਕ ਹੈ। ਜੇ ਨਹੀਂ ਹੈ ਤਾਂ ਫਰੀਦ ਜੀ ਕਹਿੰਦੇ ਹਨ ਉਹ ਬੰਦਾ ਸਿਰ ਤੋਂ ਬਿਨਾਂ ਹੀ ਹੈ। ਉਹ ਬੰਦਾ ਸਿਰ ਤੋਂ ਬਿਨਾਂ ਹੀ ਹੈ, ਮਤਲਬ ਬੰਦਗੀਹੀਣ ਜਿਹੜਾ ਹੈ, ਉਸ ਬੰਦੇ ਦਾ ਜੀਣਾ ਜਿਹੜਾ ਹੈ ਕਿਸੇ ਅਰਥ ਨਹੀਂ ਹੈ। ਉਹ ਸਮਝ ਲਓ ਆਤਮਿਕ ਤੌਰ ਤੇ ਜਿਉਂਦਾ ਨਹੀਂ ਹੈ। ਇਸ ਦਾ ਅਰਥ ਇਸ ਤਰ੍ਹਾਂ ਲੈਣਾ ਹੈ। ਤੋ ਇਸ ਕਰਕੇ ਜਿੱਥੇ ਫਰੀਦ ਜੀ ਆਪਣੇ ਸੱਜਣਾ ਮਿੱਤਰਾਂ ਨੂੰ, ਮੁਸਲਮਾਨ ਭਰਾਵਾਂ ਨੂੰ ਇਹ ਗੱਲਾਂ ਦੱਸਦੇ ਹਨ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ, ਸਿੱਖਾਂ ਵਾਸਤੇ ਵੀ ਇਹ ਲਾਗੂ ਹੁੰਦੀਆਂ ਹਨ ਕਿ ਉਹਨਾਂ ਨੇ ਵੀ ਆਪਣਾ ਨਿਤਨੇਮ ਜਿਹੜਾ ਹੈ ਉਹ ਇਸ ਤਰ੍ਹਾਂ ਛੱਡਣਾ ਨਹੀਂ, ਕਰਨਾ ਹੈ। ਜੋ ਸਿਰ ਸਾਈਂ ਨਾ ਨਿਵੈ, ਸੋ ਸਿਰ ਕੀਜੈ ਕਾਇ, ਕੁੰਨੇ ਹੇਠ ਜਲਾਈਐ, ਬਾਲਣ ਸੰਦੈ ਥਾਇ। ਤੋ ਜਿਹੜਾ ਇਸ ਨਿਤਨੇਮ ਨਹੀਂ ਕਰਦਾ, ਸੁਬਾਹ ਨਮਾਜ਼ ਨਹੀਂ ਗੁਜ਼ਾਰਦਾ, ਉਜ਼ੂ ਸਾਜ ਨਹੀਂ ਕਰਦਾ, ਤੇ ਸਾਈਂ ਜਿਹੜਾ ਉਹਦੇ ਅੱਗੇ ਸਿਰ ਨਿਭਦਾ ਨਹੀਂ, ਉਹਦੇ ਬਾਰੇ ਫਰੀਦ ਜੀ ਹੁਣ ਇਹ ਸ਼ਲੋਕ ਵਿੱਚ ਵੀ ਇਹ ਗੱਲ ਦੱਸਦੇ ਹਨ ਕਿ ਉਸ ਸਿਰ ਨੂੰ ਕਰਨਾ ਹੀ ਕੀ ਆ, ਜਿਹੜਾ ਸਾਈਂ ਹੈ ਕਿ ਝੁਕਦਾ ਨਹੀਂ, ਜਿਹੜਾ ਰੱਬ ਦੀ ਬੰਦਗੀ ਜਿਹੜੀ ਹੈ ਉਹ ਆਪਣੇ ਅੰਦਰ ਲਿਆਉਂਦਾ ਨਹੀਂ, ਤੋ ਬੰਦਗੀ ਵਿੱਚ ਮਾਲਕ ਨੂੰ ਜਿਹੜਾ ਅੱਗੇ ਰੱਖਦਾ ਨਹੀਂ, ਮਾਲਕ ਰੱਬ ਅੱਗੇ ਜਿਹੜਾ ਬੰਦਗੀ ਰਾਹੀਂ ਝੁਕਦਾ ਨਹੀਂ, ਨਿਉਂਦਾ ਨਹੀਂ। ਸੋ ਸਿਰ ਕੀਜੈ ਕਾਇ, ਕੀ ਕਰਨਾ ਹੈ ਕਹਿੰਦੇ ਉਸ ਸਿਰ ਦਾ ਕੋਈ ਲਾਭ ਨਹੀਂ ਹੈ, ਪਰ ਉਸ ਪ੍ਰਾਣੀ ਦਾ ਕੋਈ ਲਾਭ ਨਹੀਂ ਹੈ, ਕੋਈ ਜ਼ਿੰਦਗੀ ਜਿਉਣ ਦਾ ਕੋਈ ਅਰਥ ਨਹੀਂ ਹੈ। ਫਰੀਦ ਜੀ ਕਹਿੰਦੇ ਨੇ ਕੁੰਨੇ ਹੇਠ ਜਲਾਈਐ, ਉਸ ਸਿਰ ਨੂੰ ਤਾਂ ਹਾਂਡੀ ਹੇਠ ਬਾਲਣ ਦੇ ਥਾਂ ਬਾਲ ਦੇਣਾ ਚਾਹੀਦਾ। ਹਾਂਡੀ, ਕੁੰਨੀ ਮਤਲਬ ਹਾਂਡੀ ਚੁੱਲ੍ਹੇ ਤੇ ਰੱਖੀ ਹੋਈ ਆ, ਤੇ ਬਾਲਣ ਦੀ ਥਾਂ ਸਿਰ ਨੂੰ ਵਿੱਚ ਡਾਹ ਦੇਣਾ ਚਾਹੀਦਾ। ਤੇ ਇਸ ਦਾ ਮਤਲਬ ਜਿਹੜਾ ਇਹ ਭਾਵ ਅਰਥ ਲੈਣਾ ਹੈ, ਇਹ ਨਹੀਂ ਕਿ ਬੰਦੇ ਨੂੰ ਫੜ ਕੇ ਚੁੱਲ੍ਹੇ ਵਿੱਚ ਪਾ ਦਿਓ ਤੇ ਸਿਰ ਉਹਦਾ ਸਾੜ ਦਿਓ, ਇਸ ਦਾ ਇਹ ਅਰਥ ਨਹੀਂ ਲੈਣਾ। ਇਸ ਦਾ ਮਤਲਬ ਹੈ ਕਿ ਉਹ ਜਿਹੜਾ ਸਿਰ ਹੈ ਉਹ ਬਾਲਣ ਵਰਗਾ ਹੈ, ਜਿਹੜਾ ਨਿਭਦਾ ਨਹੀਂ, ਜਿਹੜਾ ਉਜ਼ੂ ਸਾਜ਼ ਨਹੀਂ ਕਰਦਾ, ਨਮਾਜ਼ ਗੁਜ਼ਾਰ ਨਹੀਂ ਕਰਦਾ, ਪੜ੍ਹਦਾ ਨਹੀਂ ਹੈ, ਤੇ ਸਾਈਂ ਅੱਗੇ ਝੁਕਦਾ ਨਹੀਂ, ਬੰਦਗੀ ਵਿੱਚ ਜਿਹੜਾ ਜਾਂਦਾ ਨਹੀਂ, ਤੇ ਫਰੀਦ ਜੀ ਕਹਿੰਦੇ ਉਹ ਸਿਰ ਤਾਂ ਬਾਲਣ ਵਰਗਾ, ਮਤਲਬ ਸੁੱਕੀ ਹੋਈ ਲੱਕੜ ਵਰਗਾ ਹੈ। ਉਹ ਆਕੜਿਆ ਹੋਇਆ ਹੰਕਾਰ ਵਿੱਚ ਉਹ ਸੁੱਕੀ ਹੋਈ ਲੱਕੜ ਵਰਗਾ ਹੈ, ਉਹ ਬਾਲਣ ਦੇ ਸਮਾਨ ਹੈ। ਇਹਦਾ ਮਤਲਬ ਇਹ ਨਹੀਂ ਕਿ ਚੁੱਲ੍ਹੇ ਵਿੱਚ ਉਸ ਨੂੰ ਸਾੜ ਦਿਓ। ਭਾਵ ਅਰਥ ਜਿਹੜੇ ਹਨ ਉਹ ਸਮਝਣੇ ਹਨ। ਫਰੀਦਾ ਕਿੱਥੈ ਤੈਂਡੇ ਮਾਪਿਆਂ, ਜਿਨੀ ਤੂੰ ਜਣਿਓ, ਤੈ ਪਾਸੋਂ ਓਏ ਲੱਦ ਗਏ, ਤੂੰ ਅਜੇ
ਅਜੇ ਨਾ ਪਤੀਣੋ ਹੈ, ਅਜੇ ਤੂੰ ਭਤੀਜਿਆ ਨਹੀਂ, ਅਜੇ ਤੇਰੀ ਤਸੱਲੀ ਨੂੰ ਯਕੀਨ ਨਹੀਂ ਹੋਇਆ ਕਿ ਸੰਸਾਰ ਜਿਹੜਾ ਉਹ ਚਲਾਇਮਾਨ ਹੈ। ਕਿੱਥੇ ਤੈਂਡੇ ਮਾਪਿਆ, ਤੇਰੇ ਮਾਪੇ ਜਿਹੜੇ ਆ ਉਹ ਕਿੱਥੇ ਹਨ? ਜਰਾ ਸੋਚ ਕੇ ਦੇਖ, ਜਿਹੜੇ ਚੜ੍ਹਾਈ ਕਰ ਗਏ ਆ, ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਸੀ ਉਹ ਚੜ੍ਹਾਈ ਕਰ ਗਏ ਆ। ਸੋਚ ਕਿੱਥੇ ਤੈਂਡੇ ਮਾਪਿਆਂ। ਜੀਵ ਪੰਛੀ ਦੇ ਦਾਰਾਂ ਦੀਆਂ ਡਾਰਾਂ ਤੁਰੀਆਂ ਜਾ ਰਹੀਆਂ ਹਨ, ਇਹ ਤੈਨੂੰ ਖਿਆਲ ਨਹੀਂ ਆਉਂਦਾ ਕਿ ਤੇਰੇ ਆਪਣੇ ਮਾਪੇ ਜਿਹੜੇ ਉਹ ਕਿੱਥੇ ਹਨ, ਜਿਨ੍ਹਾਂ ਨੇ ਤੈਨੂੰ ਜੰਮਿਆ ਸੀ, ਜਿਹਨੇ ਤੂੰ ਜਣਿਓ ਤੈਂ ਪਾਸੋਂ ਓਏ ਲੱਦ ਗਏ। ਉਹ ਤੇਰੇ ਮਾਪੇ ਜਿਹੜੇ ਸੀ ਤੇਰੇ ਪਾਸੋਂ ਇਹ ਕਦੋਂ ਦੇ ਚਲੇ ਗਏ ਹਨ? ਤੈ ਪਾਸੋਂ ਓਏ ਲੱਦ ਗਏ, ਤੂੰ ਅਜੇ ਨਾ ਪਤੀਣੋ। ਤੇ ਤੈਨੂੰ ਅਜੇ ਵੀ ਸਮਝ ਨਹੀਂ ਹੈ, ਅਜੇ ਵੀ ਯਕੀਨ ਨਹੀਂ ਆਇਆ ਕਿ ਤੂੰ ਇੱਥੋਂ ਤੂੰ ਵੀ ਤੁਰ ਜਾਣਾ ਹੈ। ਇਸ ਕਰਕੇ ਰੱਬ ਦੀ ਬੰਦਗੀ ਵੱਲ ਜਾ, ਗੁਰੂ ਪਰਮੇਸ਼ਰ ਨਾਲ ਆਪਣਾ ਚਿੱਤ ਜੋੜ, ਗੁਰੂ ਪਰਮੇਸ਼ਰ ਦੀ ਬਾਣੀ ਜਿਹੜੀ ਹੈ ਉਹ ਪੜ੍ਹਨੀ ਸ਼ੁਰੂ ਕਰ, ਉਸ ਨੂੰ ਵਿਚਾਰਨਾ ਸ਼ੁਰੂ ਕਰ, ਨਿਤਨੇਮ ਵਿੱਚ ਪੱਕਾ ਹੋ, ਤੂੰ ਗਾਫਲ ਹੋ ਕੇ ਜਿਹੜਾ ਉਹ ਪਿਆ ਨਾ ਰਹਿ। ਤੇ ਇਹ ਸੋਚ ਕਿ ਤੇਰੇ ਮਾਪੇ ਜਿਹੜੇ ਆ ਉਹ ਇੱਥੇ ਨਹੀਂ ਰਹੇ, ਤਾਂ ਸੱਜਣਾ ਤੇਰੀ ਵਾਰੀ ਵੀ ਇੱਕ ਦਿਨ ਜਿਹੜੀ ਹੈ ਉਹ ਆਉਣ ਵਾਲੀ ਹੈ। ਫਰੀਦਾ ਮਨ ਮੈਦਾਨ ਕਰੇ, ਟੋਏ ਟਿੱਬੇ ਲਾਹੇ, ਅੱਗੇ ਮੂਲ ਨਾ ਆਵਸੀ, ਦੋਜ਼ਖ ਸੰਦੀ ਪਾਹੇ ਦਾ ਮਤਲਬ ਅੱਗ, ਦੋਜ਼ਖ ਸੰਧੀ ਵਿੱਚ ਦੋਜ਼ਖ ਦੀ ਅੱਗ, ਨਰਕ ਦੀ ਅੱਗ, ਦੁੱਖਾਂ ਦੀ ਅੱਗ, ਦੁੱਖ ਹੀ ਦੁੱਖ। ਫਰੀਦ ਜੀ ਕਹਿੰਦੇ ਹਨ ਮਨ ਮੈਦਾਨ ਕਰ। ਫਰੀਦਾ ਹੈ ਫਰੀਦ, ਆਖ ਵੀ ਆਪਣਾ ਮਨ ਜਿਹੜਾ ਉਹ ਪੱਧਰਾ ਕਰ ਲੈ, ਮੈਦਾਨ ਵਰਗਾ ਪੱਧਰਾ ਕਰ ਲੈ। ਇਹਦੇ ਵਿੱਚ ਜਿਹੜੇ ਟੋਏ ਟਿੱਬੇ ਆ ਉਹਨਾਂ ਨੂੰ ਸੁਹਾਗਾ ਫੇਰ ਕੇ ਪੱਧਰੇ ਕਰ ਦੇ। ਇਹਦਾ ਮਤਲਬ ਹੈ ਕਿ ਆਪਣੇ ਮਨ ਵਿੱਚ ਜਿਹੜੇ ਕਲੇਸ਼ ਹਨ ਭਰੇ ਪਏ, ਭਰਮ ਵਹਿਮ ਭਰੇ ਪਏ ਹਨ, ਉਹਨਾਂ ਨੂੰ ਦੂਰ ਕਰ ਦੇ, ਮਨ ਨੂੰ ਸਾਫ਼ ਕਰ ਲੈ, ਗੁਰੂ ਪਰਮੇਸ਼ਰ ਨਾਲ ਜੋੜ ਕੇ ਮਨ ਪੱਧਰਾ ਕਰ ਲੈ। ਟੋਏ ਟਿੱਬੇ ਲਾਹੇ, ਇੱਥੇ ਹੰਕਾਰ ਦੇ ਟਿੱਬੇ ਬਣੇ ਹੋਣੇ ਹਨ ਉੱਚੇ ਲੰਮੇ, ਉਹਨਾਂ ਨੂੰ ਤੋੜ ਦੇ, ਸੁੱਟ ਦੇ, ਉਹਨਾਂ ਨੂੰ ਪੱਧਰੇ ਕਰ ਦੇ, ਮਨ ਆਪਣਾ ਸਾਫ਼ ਕਰ ਲੈ। ਅੱਗੇ ਮੂਲ ਨਾ ਆਵਸੀ। ਤੋ ਇਸ ਤਰ੍ਹਾਂ ਫਿਰ ਕੀ ਹੋਏਗਾ? ਜਦੋਂ ਇਦਾਂ ਕਰ ਲਏਗਾ ਤੇ ਫਿਰ ਤੈਨੂੰ ਅੱਗੇ ਜਿਹੜੀ ਨਰਕ ਦੀ ਅੱਗ ਹੈ ਉਹ ਚ ਸੜਨਾ ਨਹੀਂ ਪਏਗਾ। ਅੱਗੇ ਮੂਲ ਨਾ ਆਵਸੀ, ਦੋਜ਼ਖ ਸੰਧੀ ਪਾਏ। ਤੋ ਇਹਦਾ ਮਤਲਬ ਜੀਵਨ ਸਫ਼ਰ ਵਿੱਚ ਦੋਜ਼ਖ ਦੀ ਅੱਗ ਬਿਲਕੁਲ ਨਹੀਂ ਆਵੇਗੀ। ਜੀਵਨ ਸਫ਼ਰ ਵਿੱਚ ਤੈਨੂੰ ਫਿਰ ਆਤਮਿਕ ਦੁੱਖ ਜਿਹੜੇ ਆ ਉਹ ਝੱਲਣੇ ਨਹੀਂ ਪੈਣਗੇ, ਇਹਨਾਂ ਤੋਂ ਬਚ ਜਾਵੇਂਗਾ। ਮੋਹ ਮਾਇਆ ਦੇ ਵਿੱਚ ਜਿਹੜੇ ਲੋਕ ਸੜਦੇ ਹਨ ਉਹ ਇਸ ਤਰ੍ਹਾਂ ਤੈਨੂੰ ਸੜਨਾ ਨਹੀਂ ਪਵੇਗਾ। ਗੱਲ ਇੱਥੇ ਦੀ ਹੈ, ਅੱਗੇ ਨਰਕਾਂ ਵਾਲੀ ਗੱਲ ਕੋਈ ਨਹੀਂ, ਕਿਉਂਕਿ ਨਰਕ ਸਵਰਗ ਜਿਹੜੇ ਹਨ ਉਹ ਗੁਰਮਤਿ ਨੇ ਰੱਦ ਕੀਤੇ ਹਨ, ਉਹ ਇੱਥੇ ਹੀ ਹੈ ਸਭ ਕੁਝ। ਤੇ ਇਸ ਕਰਕੇ ਅੱਗੇ ਦਾ ਮਤਲਬ ਜਿਹੜੀ ਅਗਲੀ ਜ਼ਿੰਦਗੀ ਜਿਹੜੀ ਹੈ, ਇਸ ਜੀਵਨ ਵਿੱਚ ਜਿਹੜਾ ਸਫ਼ਰ ਹੈ ਤੇਰਾ ਉਹ ਫਿਰ ਦੁੱਖਾਂ ਵਾਲਾ ਨਹੀਂ ਹੋਏਗਾ। ਜੇ ਤੂੰ ਮਨ ਨੂੰ ਮੈਦਾਨ ਕਰ ਲਏਗਾ, ਇਹਦੇ ਹੰਕਾਰ ਦੇ ਉੱਚੇ ਲੰਮੇ ਟਿੱਬੇ ਬਣੇ ਉਹਨਾਂ ਨੂੰ ਢਾਹ ਦੇਗਾ ਤਾਂ ਮਨ ਸੁਖੀ ਹੋਵੇਗਾ। ਫਿਰ ਦੁੱਖ ਤਕਲੀਫ ਤੈਨੂੰ ਆਤਮਿਕ ਦੁੱਖ ਕਲੇਸ਼ ਜਿਹੜੇ ਆ ਉਹ ਨਹੀਂ ਪੈਣਗੇ। ਮਹਲਾ ਪੰਜਵਾਂ। फरीदा खालक खल्क में खल्क वसै रब माय, मंदा किसनो आखिए
ਇਹ ਸ਼ਲੋਕ 5ਵੇਂ ਗੁਰੂ ਜੀ ਦਾ ਹੈ। ਉਸੇ ਲੜੀ ਵਿੱਚ 75ਵਾਂ ਸ਼ਲੋਕ ਹੈ, ਜਿਸ ਤੋਂ ਸਪਸ਼ਟ ਹੈ ਕਿ ਸ਼ਲੋਕ ਜਿਹੜੇ ਹੈ ਪਹਿਲੇ ਗੁਰੂ ਜੀ ਤੋਂ ਹੁੰਦੇ ਹੋਏ 5ਵੇਂ ਪਾਤਸ਼ਾਹ ਕੋਲ ਆ ਗਏ। ਤੀਸਰੇ ਪਾਤਸ਼ਾਹ ਕੋਲ ਉਹਨਾਂ ਨੇ ਆਪਣੇ ਵਿਚਾਰ ਦਿੱਤੇ ਸ਼ਲੋਕ ਪੜ੍ਹ ਕੇ। ਇਸੇ ਤਰ੍ਹਾਂ ਹੀ ਪਹਿਲੇ ਪਾਤਸ਼ਾਹ ਨੇ ਤੋਂ ਪਿਆਰਿਓ, ਇਹ ਬਾਣੀ ਜਿਹੜੀ ਹੈ ਇਹ ਪਹਿਲੇ ਪਾਤਸ਼ਾਹ ਕੋਲੋਂ ਸਿਲਸਿਲੇਵਾਰ ਦੂਜੇ ਗੁਰੂ ਕੋਲ, ਤੀਸਰੇ ਗੁਰੂ ਜੀ ਕੋਲ, ਇਸ ਤਰ੍ਹਾਂ ਚੌਥੇ ਤੇ ਪੰਜਵੇਂ ਗੁਰੂ ਜੀ ਕੋਲ ਆਈ ਹੈ। ਇੱਕ ਤਾਂ ਸੁਨੇਹੇ ਭੇਜ ਕੇ ਇਕੱਠੀ ਨਹੀਂ ਕੀਤੀ ਗਈ। ਇਹ ਬੜੀ ਪਿਆਰੀ ਸੀ। ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੋਰੀ ਨਿਮਖ ਨਾ ਮਨ ਤੇ ਟਾਰੀ ਰੇ। ਗੁਰੂ ਨੇ ਤਾਂ ਇੱਕ ਨਿਮਖ ਵੀ ਇਸ ਨੂੰ ਪਾਸੇ ਨਹੀਂ ਸੀ ਕੀਤਾ। ਤੇ ਇਹ ਕਿਵੇਂ ਹੋ ਸਕਦਾ ਕਿ ਉਹਨਾਂ ਨੇ ਬਾਣੀ ਖਿਲਾਰੀ ਹੋਈ ਸੀ, ਬਾਣੀ ਸੰਭਾਲ ਨਹੀਂ ਕੀਤੀ। ਬਾਬਾ ਨਾਨਕ ਦੇ ਗਲ ਵਿੱਚ ਤਾਂ ਬਸਤਾ ਹੁੰਦਾ ਸੀਗਾ, ਉਹਦੇ ਵਿੱਚ ਸਾਰੀ ਬਾਣੀ ਜਿਹੜੀ ਆਪਣੇ ਤੇ ਭਗਤਾਂ ਦੀ ਜਾਂ ਹੋਰ ਜਿਹੜੀ ਵੀ ਸੀ ਉਹ ਲੋੜ ਮੁਤਾਬਕ ਉਹ ਰੱਖਦੇ ਸਨ। ਇਸ ਕਰਕੇ ਮੱਕੇ ਵਾਲੇ ਨੇ ਪੁੱਛਿਆ ਸੀਗਾ, ਪੁੱਛਣ ਖੋਲ ਕਿਤਾਬ ਨੂੰ ਜਾਂ ਪੁੱਛਣ ਫੋਲ ਕਿਤਾਬ ਨੂੰ, ਆਪਣੀ ਕਿਤਾਬ ਜਿਹੜੀ ਫੋਲ ਕੇ ਦੱਸੋ